परम सन्मानयोग गुरता गद्दी ते सुभाईमान चावर शातार तख जी दे मालक याहराज हूर हाजरा हजूर दसां पातशाहियां दे आत्मिक स्वरूप धन 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 साहिब सतगुरु श्री गुरु ग्रंथ साहिब महाराज जी दी पावन पवित्र हाजूरी अंदर सतगुरां दे दरों घरों वरसाए होए सतगुरां दे साजे अते निवाजे होए ब्रह्म ਗਿਆਨੀ महापुरख ਧੰਨ ਧੰਨ बाबा संता सिंह जी बाबा नारायण जी जिन्हां ਨੂੰ ਆਪਾਂ ਇਸ ਨਾਂ ਨਾਲ ਵੀ ਯਾਦ ਕਰਦੇ ਹਾਂ ਜਿਨ੍ਹਾਂ ਦੀ ਸਾਲਾਨਾ ਯਾਦ ਵਿੱਚ ਇਹ ਸਾਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਪਾਂ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹਾਂ। ਸਤਿਗੁਰਾਂ ਦੀ ਕਿਰਪਾ ਦੁਆਰਾ ਅੱਜ ਦੂਜੇ ਦਿਨ ਦੇ ਸੁੰਦਰ ਦੀਵਾਨ ਸਜੇ ਨੇ। ਸਜੇ ਹੋਏ ਦੀਵਾਨਾਂ ਅੰਦਰ ਆਪ ਜੀ ਨੇ ਦਾਸ ਤੋਂ ਪਹਿਲਾਂ ਗੁਰੂ ਸਵਾਰੇ ਕੀਰਤਨੀਏ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਹਜੂਰੀ ਰਾਗੀ ਜਥਾ ਗੁਰਦੁਆਰਾ ਬਾਬਾ ਭਾਈ ਝਾੜੂ ਸਾਹਿਬ ਜੀ ਤਿੰਨਾਂ ਦੇ ਜਥੇ ਪਾਸੋਂ ਅੰਮ੍ਰਿਤਮਈ ਗੁਰਬਾਣੀ ਦਾ ਸ਼ਬਦ ਕੀਰਤਨ ਸਰਵਣ ਕੀਤਾ ਹੈ। ਆਓ ਗੁਰਮਤਿ ਵਿਚਾਰਾਂ ਨੂੰ ਪ੍ਰਾਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ। ਸਮੂਹ ਸੰਗਤਾਂ ਗੱਜ ਕਰਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖਾਂ ਨੇ ਸ਼ਬਦ ਗਾਏ ਸਨ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਕਿ ਸਾਧੂ ਦੀ ਸੰਗਤ ਜਿਹੜੀ ਮਹਿਮਾ ਹੈ ਗੁਰੂ ਕੀ ਸੰਗਤ ਦੀ ਰੱਬ ਦੇ ਪਿਆਰੇ ਦੀ ਸੰਗਤ ਦੀ ਮਹਿਮਾ ਹੇ ਮੇਰੇ ਮਿੱਤਰੋ ਸੁਣਦਾ ਕਰੋ। ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਮੈਲ ਕੋਈ ਮਨ ਦੀ ਮੈਲ ਲੈ ਜਾਂਦੀ ਹੈ। ਕੋਟ ਅਗ ਹਰੇ ਅਗ ਕਹਿੰਦੇ ਨੇ ਪਾਪਾਂ ਨੂੰ ਕਰੋੜਾਂ ਪਾਪ ਜਿਹੜੇ ਨਾਸ ਹੋ ਜਾਂਦੇ ਨੇ। ਨਿਰਮਲ ਭਏ ਚੀਤਾ ਤੇ ਚਿੱਤ ਜਿਹੜਾ ਹੈ ਉਹ ਪਵਿੱਤਰ ਹੋ ਜਾਂਦਾ ਹੈ ਉਜਲ ਹੋ ਜਾਂਦਾ ਹੈ। ਪਰ ਕਿਹੜੇ ਸਾਧੂਆਂ ਦੀ ਅਗਲੇ ਸ਼ਬਦ ਵਿੱਚ ਦੱਸ ਦਿੱਤਾ ਹੈ ਕਿ ਸਤਿਗੁਰ ਆਗੈ ਸੀਸ ਭੇਟ ਦਿਓ। ਜੇ ਸਤਿਗੁਰ ਸਾਚੇ ਭਾਵੈ ਜਿਨ੍ਹਾਂ ਨੇ ਆਪਣਾ ਸਿਰ ਗੁਰੂ ਨੂੰ ਅਰਪਣ ਕਰ ਦਿੱਤਾ ਹੈ ਐਸੇ ਗੁਰਮੁਖ ਜਨਾਂ ਦੀ ਸਾਧੂਆਂ ਦੀ ਸੰਗਤ ਵਿੱਚ ਆ ਕਰਕੇ ਐਸੀ ਬਖਸ਼ਿਸ਼ ਹੁੰਦੀ ਹੈ। ਮਹਾਂਪੁਰਖਾਂ ਦੀ ਯਾਦ ਵਿੱਚ ਇਹ ਆਪਾਂ ਸਾਲਾਨਾ ਜੋੜ ਮੇਲਾ ਮਨਾ ਰਹੇ ਹਾਂ। ਕੱਲ੍ਹ ਆਪਾਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੇ 3 ਸਿਧਾਂਤ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹਨਾਂ ਬਚਨਾਂ ਦੀ ਵਿਚਾਰ ਸਰਵਣ ਕੀਤੀ ਸੀ। ਅੱਜ ਦੇ ਦੀਵਾਨ ਵਿੱਚ ਵੀ ਆਪਾਂ 3 ਸਿਧਾਂਤ ਵਚਨੇ ਨੇ। ਇਹ 3 ਸਿਧਾਂਤ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਜੋਤ ਦੇ 10ਵੇਂ ਵਾਰਸ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਸ਼ ਕੀਤੇ ਨੇ। ਜਿਹੜੇ ਬਚਨ ਤਕਰੀਬਨ ਸਾਨੂੰ ਸਾਰਿਆਂ ਨੂੰ ਯਾਦ ਨੇ। ਸੰਖੇਪ ਰੂਪ ਵਿੱਚ ਉਹਨਾਂ ਦੇ ਅਰਥ ਵੀ ਆਪਾਂ ਜਾਣਦੇ ਹਾਂ ਪਰ ਵਿਸਥਾਰ ਪੂਰਵਕ ਆਪਾਂ ਉਸ ਨੂੰ ਸਮਝਣ ਦਾ ਯਤਨ ਕਰਨਾ ਹੈ। ਕਲਗੀਧਰ ਪਾਤਸ਼ਾਹ ਨੇ 3 ਸਿਧਾਂਤ ਸਾਡੀ ਝੋਲੀ ਵਿੱਚ ਪਾਏ ਨੇ।
पूजा अकाल की, परचा शब्द का, दीदार खालਸੇ ਦਾ। ਇਹਨਾਂ ਤਿੰਨਾਂ ਬਚਨਾਂ ਨੂੰ ਆਪਾਂ ਸਮੇਂ ਦੀ ਸੀਮਾ ਦੇ ਵਿੱਚ ਵਾਚਨ ਦਾ ਯਤਨ ਕਰਨਾ ਹੈ। ਇਕਾਗਰਤਾ ਬਣਾਇਓ ਤਾਂ ਕਿ ਅਸੀਂ ਗੁਰਮਤਿ ਨੂੰ ਸਮਝ ਕਰਕੇ ਗੁਰਮਤਿ ਦੇ ਧਾਰਨੀ ਹੋ ਕਰਕੇ ਆਪਣਾ ਜੀਵਨ ਸਵਾਰ ਸਕੀਏ। ਪਹਿਲਾ ਸ਼ਬਦ ਕਲਗੀਧਰ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ, ਪੂਜਾ ਅਕਾਲ ਕੀ। ਦੂਜਾ ਸ਼ਬਦ ਹੈ ਪਰਚਾ ਸ਼ਬਦ ਕਾ, ਤੇ ਤੀਸਰਾ ਹੈ ਦੀਦਾਰ ਖਾਲਸੇ ਦਾ। ਜਦੋਂ ਇਹਨਾਂ ਨੂੰ ਗਹਿਰਾਈ ਨਾਲ ਵਾਚੀਦਾ ਹੈ ਤੇ ਪੂਜਾ ਅਕਾਲ ਕੀ ਸਮਝਣ ਵਾਸਤੇ ਪਰਚਾ ਸ਼ਬਦ ਦਾ ਲੈਣਾ ਪੈਣਾ, ਧਿਆਨ ਦੇਣਾ। ਕਿਉਂਕਿ ਪਰਚੇ ਦਾ ਅਰਥ ਵਿਦਵਾਨਾਂ ਨੇ ਬੜੇ ਰੂਪਾਂ ਵਿੱਚ ਕੀਤਾ। ਗੁਰਬਾਣੀ ਵਿੱਚ ਵੀ ਇਹ ਸ਼ਬਦ ਜਿਹੜਾ ਕਈ ਰੂਪਾਂ ਵਿੱਚ ਆਇਆ। ਪਰਚੇ ਦਾ ਅਰਥ ਤਸੱਲੀ ਵੀ ਹੁੰਦਾ ਹੈ, ਵਿਸ਼ਵਾਸ ਵੀ ਹੁੰਦਾ ਹੈ। ਪਰਚੇ ਦਾ ਅਰਥ ਪ੍ਰੀਖਿਆ ਵੀ ਹੁੰਦਾ ਹੈ, ਪਰਖ ਵੀ ਹੁੰਦਾ ਹੈ। ਪਰਚੇ ਦਾ ਅਰਥ ਗਿਆਨ ਵੀ ਹੈ। ਪਰਚੇ ਦਾ ਅਰਥ ਕਰਾਮਾਤ ਵੀ ਹੈ। ਜਦੋਂ ਸਤਿਗੁਰੂ ਜੀ ਬਾਬਰ ਬਾਣੀ ਲਿਖਦੇ ਨੇ ਤਾਂ ਧੰਨ ਗੁਰੂ ਨਾਨਕ ਸਾਹਿਬ ਉੱਥੇ ਇੱਕ ਬਚਨ ਕਰਦੇ ਨੇ, ਕੋਈ ਮੁਗਲ ਨਾ ਹੋਆ ਅੰਧਾ ਕਿਨੈ ਨਾ ਪਰਚਾ ਲਾਇਆ। ਕਹਿੰਦੇ ਉੱਥੇ ਕੋਈ ਜਿਹੜੇ ਪੰਡਤ ਲੋਕ ਕਹਿੰਦੇ ਸੀ ਅਸੀਂ ਮੰਤਰ ਪੜ੍ਹ ਕਰਕੇ ਮੁਗਲਾਂ ਨੂੰ ਅੰਨੇ ਕਰ ਦਾਂਗੇ, ਸਾਨੂੰ ਨਹੀਂ ਲੋੜ ਲੜਾਈ ਕਰਨ ਦੀ। ਪਾਤਸ਼ਾਹ ਨੇ ਪਹਿਲਾਂ ਸਮਝਾਇਆ ਸੀ ਕਿ ਅੱਗੋਂ ਤਿਆਰ ਹੋਵੋ, ਪਰ ਨਹੀਂ ਮੰਨੇ। ਕਹਿੰਦੇ ਜੀ ਸਾਡੇ ਕੋਲ ਮੰਤਰੀ ਇਹੋ ਜਿਹੇ ਹੈਗੇ ਆ, ਸਾਰੇ ਮੁਗਲ ਅੰਨੇ ਹੋ ਜਾਣਗੇ। ਤਾਂ ਪਾਤਸ਼ਾਹ ਕਹਿੰਦੇ ਕੋਈ ਮੁਗਲ ਨਾ ਹੋਆ ਅੰਧਾ ਕਿਨੇ ਨਾ ਪਰਚਾ ਲਾਇਆ। ਕਹਿੰਦੇ ਉੱਥੇ ਕੋਈ ਮੁਗਲ ਨਹੀਂ ਅੰਨਾ ਹੋਇਆ, ਕਿਸੇ ਨੇ ਇਹ ਕਰਾਮਾਤ ਖੇਡ ਨਹੀਂ ਵਰਤਾਈ। ਧਿਆਨ ਦੇਣਾ। ਪਰਚੇ ਦਾ ਅਰਥ ਪ੍ਰੇਮ ਵੀ ਹੈ, ਵਿਸ਼ਵਾਸ ਵੀ ਹੈ। ਜਿਵੇਂ ਅਸੀਂ ਭੱਟਾਂ ਦੇ ਸਵਈਆਂ ਵਿੱਚੋਂ ਇੱਕ ਬਚਨ ਪੜ੍ਹਦੇ ਹਾਂ, ਰਹਿਓ ਸੰਤ ਹਾ ਟੋਲ ਸਾਧ ਬਹੁ ਤੇਰੇ ਡਿਠੇ, ਸੰਨਿਆਸੀ ਤਪਸੀ ਹੈ ਮੁਖ ਹੋਇ ਇਹ ਪੰਡਤ ਮਿੱਠੇ, ਬਰਸ ਏਕ ਹੋ ਫਿਰਿਆਓ ਕਿਨੈ ਨਹੁ ਪਰਚਾਉ ਲਾਇਓ। ਕਹਿੰਦੇ ਇੱਕ ਸਾਲ ਅਸੀਂ ਘੁੰਮਦੇ ਰਹੇ ਹਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਪਰ ਸਾਡਾ ਵਿਸ਼ਵਾਸ ਕਿਸੇ ਨੇ ਬਣਾਇਆ ਨਹੀਂ, ਸਾਡਾ ਪ੍ਰੇਮ ਕਿਸੇ ਤੇ ਟਿਕਿਆ ਨਹੀਂਗਾ, ਕਿਸੇ ਤੇ ਸਾਨੂੰ ਵਿਸ਼ਵਾਸ ਨਹੀਂ ਆਇਆ, ਕਿਸੇ ਨੇ ਸਾਡੇ ਅੰਦਰ ਨੂੰ ਟਿਕਾਇਆ ਨਹੀਂਗਾ। ਬਰਸ ਏਕ ਹਉ ਫਿਰਿਆਓ ਕਿਨੈ ਨਹੁ ਪਰਚਾਉ ਲਾਇਓ, कहते है कहती सुनी रहत को खुशी ना आयो। ਕਹਿੰਦੇ ਤੋਂ ਕਹਿੰਦੇ ਸੁਣੇ ਐ, ਪਰ ਜਦੋਂ ਕੋਲ ਜਾ ਕੇ ਰਹਿ ਕਰਕੇ ਵੇਖਿਆ ਤੇ ਉਹਨਾਂ ਦੀ ਰਹਿਤ ਵੇਖ ਕਰਕੇ ਖੁਸ਼ੀ ਨਹੀਂ ਆਈ, ਮਨ ਰਾਜੀ ਨਹੀਂ ਹੋਇਆ ਵੀ ਇੱਥੇ ਜੀਵਨ ਜਿਹੜਾ ਹੈ ਉਹ ਬਦਲੇਗਾ। ਉੱਥੇ ਵੀ ਪਰਚੋ ਸ਼ਬਦ ਵਰਤਿਆ, ਪਰਚੋ ਦਾ ਅਰਥ ਤਸੱਲੀ ਵੀ ਹੈ। ਸੁਰਹੁ ਵਿਚਾਰ, ਇੱਥੇ ਪਰਚਾ ਸ਼ਬਦ ਦਾ ਅਰਥ ਹੈ ਗਿਆਨ ਗੁਰੂ ਗ੍ਰੰਥ ਸਾਹਿਬ ਤੋਂ ਲੈਣਾ ਸਿੱਖ ਨੇ, ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਤੇ ਰੱਖਣਾ ਹੈ। ਤਸੱਲੀ ਕੇਵਲ ਗੁਰੂ ਦੇ ਗਿਆਨ ਤੇ ਹੀ ਤਸੱਲੀ ਪ੍ਰਗਟ ਕਰਨੀ ਹੈ, ਹੋਕੇ ਗਿਆਨ ਤੇ ਕਦੀ ਵਿਸ਼ਵਾਸ ਤਸੱਲੀ ਕਰਕੇ ਆਪਣਾ ਜੀਵਨ ਨਹੀਂ ਵਿਗਾੜਨਾ। ਹੁਣ ਪੂਜਾ ਅਕਾਲ ਕੀ ਨੂੰ ਸ਼ਬਦ ਨਾ ਸਮਝਣਾ ਹੈ ਤੇ ਫਿਰ ਆਪਾਂ ਨੂੰ ਗਿਆਨ ਪਰਚਾ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਦਾ ਲੈਣਾ ਪੈਣਾ, ਤਾਂ ਹੀ ਸਾਨੂੰ ਸਮਝ ਪਵੇਗੀ ਕਿ ਪੂਜਾ ਅਕਾਲ ਕੀ ਹੈ। ਕਲਗੀਧਰ ਪਾਤਸ਼ਾਹ ਨੇ ਹੁਕਮ ਕੀਤਾ ਹੈ ਕਿ ਪੂਜਾ ਅਕਾਲ ਕੀ। ਇਹ ਕੇਵਲ ਕਲਗੀਧਰ ਪਾਤਸ਼ਾਹ ਦਾ ਹੁਕਮ ਨਹੀਂ, ਗੁਰੂ ਨਾਨਕ ਸਾਹਿਬ ਤੋਂ ਲੈ ਕਰਕੇ ਇਹ ਹੁਕਮ ਹੋਇਆ ਹੈ। ਕਿਉਂਕਿ ਜੋਤ ਇੱਕੋ ਹੀ ਹੈ, ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲੱਟੀ ਹੈ। ਜੋਤ ਓਹਾ ਹੈ, ਜੁਗਤੀ ਵੀ ਉਹ ਹੈ, ਬਸ ਸਰੀਰ ਦਾ ਹੇਰ ਫੇਰ ਹੈ, ਸਰੀਰ ਬਦਲਿਆ ਹੈ। ਭਾਈ ਗੁਰਦਾਸ ਜੀ ਇੱਕ ਬਚਨ ਲਿਖਦੇ ਨੇ ਕਿ ਥਾਪਿਆ ਲਹਿਣਾ ਜੀਵਨ ਦੇ, ਗੁਰਿਆਈ ਸਿਰ ਛਤਰ ਫਰਾਇਆ, ਜੋਤੀ ਜੋਤ ਮਲਾਇਕੈ ਸਤਿਗੁਰ ਨਾਨਕ ਰੂਪ ਵਟਾਇਆ। ਕਹਿੰਦੇ ਸਤਿਗੁਰੂ ਨਾਨਕ ਸਾਹਿਬ ਨੇ ਰੂਪ ਹੀ ਵਟਾਇਆ ਹੈ, ਸਰੀਰ ਹੀ ਵਟਾਇਆ ਹੈ, ਪਰ ਜੋਤ ਉਹੀ ਹੈ, ਕਾਇਆ ਪਲਟ ਸਰੀਰ ਬਣਾਇਆ। ਤੇ ਭਾਈ ਗੁਰਦਾਸ ਜੀ ਨੇ ਇਹ ਵੀ ਬਚਨ ਲਿਖਿਆ ਹੈ, ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ,
ਅਰਜਨ ਕਾਇਆ ਪਲਟਕੈ ਮੂਰਤ ਹਰਗੋਬਿੰਦ ਸਵਾਰੀ। ਕਾਇਆ ਪਲਟਕੈ, ਪਲਟਕੈ ਦਾ ਅਰਥ ਬਦਲ ਕਰਕੇ, ਕਾਇਆ ਸਰੀਰ ਨੂੰ ਕਿਹਾ ਹੈ ਵੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਰੀਰ ਬਦਲ ਕਰਕੇ ਮੂਰਤ ਹਰਗੋਬਿੰਦ ਸਵਾਰੀ, ਗੁਰੂ ਹਰਗੋਬਿੰਦ ਸਾਹਿਬ ਦਾ ਸਰੂਪ ਬਣਾ ਲਿਆ ਹੈ। ਸਰੀਰ ਬਦਲਿਆ, ਜੋਤ ਨਹੀਂ ਬਦਲੀ। ਗੁਰੂ ਨਾਨਕ ਸਾਹਿਬ ਨੇ ਵੀ ਅਕਾਲ ਦੀ ਪੂਜਾ ਦਾ ਜ਼ਿਕਰ ਕੀਤਾ ਜਦੋਂ ਅਸੀਂ ਜਪਜੀ ਸਾਹਿਬ ਦੇ ਆਰੰਭ ਵਿੱਚ ਬਚਨ ਪੜ੍ਹਦੇ, ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿੱਚ ਬਚਨ ਪੜ੍ਹਦੇ ਹਾਂ, ਮੂਲ ਮੰਤਰ ਦੇ ਵਿੱਚ ਜਿੱਥੇ ਰੱਬ ਦੇ ਹੋਰ ਗੁਣਾਂ ਦਾ ਜ਼ਿਕਰ ਕੀਤਾ ਹੈ, ਉੱਥੇ ਪਾਤਸ਼ਾਹ ਨੇ ਕਿਹਾ ਅਕਾਲ ਮੂਰਤ। ਅਕਾਲ ਦਾ ਜ਼ਿਕਰ ਆਇਆ ਨਾ, ਉਹਨੂੰ ਅਕਾਲ ਕਿਉਂ ਕਿਹਾ? ਇੱਕ ਕਾਲ ਹੈ, ਇੱਕ ਅਕਾਲ ਹੈ। ਧਿਆਨ ਦੇਣਾ, ਇਹਨਾਂ ਦੋ ਚੀਜ਼ਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ। ਕਾਲ ਨਾਮ ਸਮੇਂ ਦਾ, ਕਾਲ ਨਾਮ ਮੌਤ ਦਾ ਵੀ ਆਉਂਦਾ ਹੈ। ਕਿਤੇ ਕਿਤੇ ਸਤਿਗੁਰਾਂ ਨੇ ਕਾਲ ਸ਼ਬਦ ਅਕਾਲ ਦੀ ਥਾਂ ਤੇ ਸੰਖੇਪ ਰੂਪ ਵਿੱਚ ਵੀ ਵਰਤਿਆ ਹੈ, ਉਹ ਵੱਖਰਾ ਵਿਸ਼ਾ। ਪਰ ਆਪਾਂ ਦੋਨਾਂ ਸ਼ਬਦਾਂ ਦੀ ਪਹਿਲਾਂ ਥੋੜ੍ਹੀ ਜਿਹੀ ਬਰੀਕੀ ਨੂੰ ਸਮਝ ਲਈਏ। ਕਾਲ ਸਮੇਂ ਦਾ ਅਰਥ ਹੈ ਸਮਾਂ। ਆਪਾਂ ਜਿੰਨੇ ਵੀ ਆ ਸਾਰੇ ਸਮੇਂ ਦੀ ਸੀਮਾ ਵਿੱਚ, ਭਾਵੇਂ ਮਨੁੱਖ ਨੇ, ਭਾਵੇਂ ਪਸ਼ੂ ਪੰਛੀ ਨੇ, ਭਾਵੇਂ ਕੀੜੇ ਮਕੌੜੇ ਨੇ, ਧਰਤੀ ਸੂਰਜ ਚੰਦ ਤਾਰੇ ਰੁੱਖ ਬੂਟੇ ਜੋ ਕੁਝ ਵੀ ਹੈਗਾ ਹੈ, ਸਭ ਸਮੇਂ ਦੀ ਸੀਮਾ ਵਿੱਚ ਹੈ। ਇਹਨਾਂ ਦਾ ਸਮਾਂ ਨੀਯਤ ਹੈ, ਇੱਕ ਦਿਨ ਇਹ ਨਾਸ ਹੋਣੇ ਨੇ। ਆਪਣਾ ਵੀ ਸਮਾਂ ਨੀਯਤ ਹੈ, ਭਾਵੇਂ ਸਾਨੂੰ ਉਸ ਸਮੇਂ ਦਾ ਨਹੀਂ ਪਤਾ ਕਿ ਕਿੰਨਾ ਸਮਾਂ ਸਾਡਾ ਜੀਵਨ ਹੈ, ਪਰ ਇਹਨਾਂ ਤੇ ਸਾਰੇ ਜਾਣਦੇ ਹਾਂ ਕਿ ਮਰਨਾ ਇੱਕ ਦਿਨ ਜ਼ਰੂਰ ਹੈ। ਮੌਤ ਤੋਂ ਕੋਈ ਮੁਨਕਰ ਨਹੀਂ, ਉਹ ਵੱਖਰੀ ਗੱਲ ਹੈ। ਬਚਪਨ 'ਚ ਮਰਨਾ ਹੈ, ਜਵਾਨੀ 'ਚ ਮਰਨਾ ਹੈ ਕਿ ਬੁਢੇਪੇ 'ਚ ਮਰਨਾ, ਇਹ ਨਹੀਂ ਅਸੀਂ ਜਾਣਦੇ, ਉਹ ਵੱਖਰਾ ਵਿਸ਼ਾ ਹੈ। ਪਰ ਇਸ ਗੱਲ ਨੂੰ ਤਾਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ ਕਿ ਅਸੀਂ ਮਰਨਾ ਨਹੀਂਗਾ। ਮੌਤ ਸਾਰਿਆਂ ਵਾਸਤੇ ਹੈ, ਭਾਵ ਕਿ ਸਮਾਂ ਸਾਡਾ ਨੀਅਤ ਹੈ। ਵਾਹਿਗੁਰੂ ਨੇ ਸਮਾਂ ਨੀਅਤ ਕੀਤਾ ਹੈ। ngਨ ਘਾਲੇ ਸਭ ਦਿਵਸ ਸਾਸ, ਨਹਿ ਵੱਢਨ ਘਟਨ ਤਿਲ ਸਾਰ। ਉਹਨੇ ਸਾਡੇ ਦਿਨ ਵੀ ਗਿਣੇ ਹੋਏ ਨੇ, ਉਹਨੇ ਸਾਡੇ ਸਵਾਸ ਵੀ ਗਿਣ ਕੇ ਪਾਏ ਨੇ। ਪਾਤਸ਼ਾਹ ਕਹਿੰਦੇ ਨਾ ਤੇ ਉਹ ਵੱਧ ਸਕਦੇ ਨੇ, ਨਾ ਉਹ ਘਟ ਸਕਦੇ ਨੇ। ਜਿੰਨਾ ਸਮਾਂ ਨੀਅਤ ਹੈ, ਉਹਨੇ ਸਮੇਂ ਦੇ ਵਿੱਚ ਸਾਨੂੰ ਸਰੀਰ ਤਿਆਗਣਾ ਪੈਣਾ ਹੈ। ਕਈ ਵਾਰ ਬੰਦਾ ਮੰਜੇ ਤੇ ਪਿਆ ਵਿਲਕਦਾ ਹੈ, ਦੁਖੀ ਹੈ, ਤੜਫਦਾ ਹੈ, ਆਪਣੇ ਮੂੰਹੋਂ ਰੱਬ ਅੱਗੇ ਅਰਦਾਸਾਂ ਕਰਦਾ ਕਿ ਇਹਦੇ ਨਾਲੋਂ ਮੈਨੂੰ ਮੌਤ ਦੇ ਦੇ, ਪਰ ਮੌਤ ਨਹੀਂ ਆਉਂਦੀ। ਦੂਜੇ ਪਾਸੇ ਜਿਸ ਬੰਦੇ ਨੂੰ ਮੌਤ ਦਾ ਚਿੱਤ ਖਿਆਲ ਨਹੀਂ, ਉਹਦਾ ਸੁਨੇਹਾ ਮਿਲ ਜਾਂਦਾ ਕਿ ਫਲਾਨਾ ਸਿਉਂ ਚੜ੍ਹਾਈ ਕਰ ਗਿਆ। ਅਸੀਂ ਕਈ ਵਾਰ ਯਕੀਨ ਨਹੀਂ ਕਰਦੇ ਕਿ ਅਜੇ ਤਾਂ ਮੈਨੂੰ 15 ਮਿੰਟ ਹੋਏ ਉਹਨੂੰ ਮਿਲ ਕੇ ਆਏ ਨੂੰ, ਐਡੀ ਛੇਤੀ ਕਿਵੇਂ ਹੋ ਗਿਆ? ਉਹਦਾ ਤੇ ਕਦੀ ਸਿਰ ਦਰਦ ਨਹੀਂ ਹੋਇਆ। ਜਿਹਨੂੰ ਮੌਤ ਦਾ ਖਿਆਲ ਨਹੀਂ, ਉਹਦੇ ਜੀਵਨ 'ਚ ਮੌਤ ਆ ਗਈ। ਜਿਹੜਾ ਮੰਜੇ ਤੇ ਦੁਖੀ ਹੋਇਆ ਮੌਤ ਮੰਗਦਾ ਪਿਆ, ਉਹਦੇ ਜੀਵਨ 'ਚ ਮੌਤ ਨਹੀਂ ਆਈ। ਕਿਉਂ? ਉਹਦਾ ਸਮਾਂ ਪੂਰਾ ਹੋ ਗਿਆ ਹੈ। ਜਿਹੜਾ ਮੰਜੇ ਤੇ ਪਿਆ ਹੈ, ਉਹਦਾ ਅਜੇ ਸਮਾਂ ਰਹਿੰਦਾ, ਭਾਵੇਂ ਦੁੱਖ ਵੀ ਉਹਦੇ ਜੀਵਨ ਵਿੱਚ ਸਮੇਂ ਤੋਂ ਪਹਿਲਾਂ ਮਰ ਵੀ ਨਹੀਂ ਸਕਦਾ। ਕਿਉਂਕਿ ਗੁਰੂ ਨਾਨਕ ਸਾਹਿਬ ਦਾ ਬਚਨ ਪੜ੍ਹਦੇ ਹਾਂ, ਆਖਣ ਜੋਰ ਚੁੱਪੈ ਨਹ ਜੋਰ। ਉਸ ਪੌੜੀ ਵਿੱਚ ਇੱਕ ਬਚਨ ਆਉਂਦਾ, ਜੋਰ ਨਾ ਜੀਵਨ ਮਰਨ ਨਹ ਜੋਰ। ਨਾ ਜ਼ਿੰਦਗੀ ਅੱਗੇ ਸਾਡਾ ਜ਼ੋਰ ਹੈ, ਤਾਕਤ ਹੈ, ਤੇ ਨਾ ਮੌਤ ਅੱਗੇ ਸਾਡੀ ਤਾਕਤ ਅੱਗੇ ਅਸੀਂ ਪਹਿਲਾਂ ਮਰ ਜਾਈਏ। ਨਾ ਮੌਤ ਤੋਂ ਪਹਿਲਾਂ ਅਸੀਂ ਮਰ ਸਕਦੇ ਹਾਂ, ਤੇ ਨਾ ਮੌਤ ਦੇ ਆਉਣ ਤੋਂ ਬਾਅਦ ਅਸੀਂ ਜ਼ਿੰਦਗੀ ਜਿਉ ਸਕਦੇ। ਧਿਆਨ ਦੇਣਾ। ਇਸ ਕਰਕੇ ਗੁਰਮੁਖੋ, ਉਹ ਸਮਾਂ ਨੀਅਤ ਹੈ, ਉਹਨਾਂ ਸਮਾਂ ਸਾਨੂੰ ਭੋਗਣਾ ਪੈਂਦਾ ਹੈ। ਪਰ ਉਸ ਨੂੰ ਅਕਾਲ ਕਿਉਂ ਕਿਹਾ ਹੈ? ਕਿਉਂਕਿ ਉਹ ਸਮੇਂ ਵਿੱਚ ਨਹੀਂ ਗਾ, ਉਹ ਸਮੇਂ ਦੀ ਪਕੜ ਤੋਂ ਰਹਿਤ ਹੈ। ਮੇਰੇ ਕੋਲ ਵੀ ਸਮਾਂ ਘੱਟ ਹੈ, ਕਿਉਂਕਿ ਆਪਾਂ ਨੂੰ ਵੀ ਸਮੇਂ 'ਚ ਚੱਲਣਾ ਪੈਣਾ, ਸਮਾਂ ਮੁੱਕ ਜਾਣਾ। ਧਿਆਨ ਦੇਣਾ। ਪਰ ਉਹ ਸਮੇਂ ਤੋਂ ਬਾਹਰ ਹੈ। ਹੁਣ ਅਸੀਂ ਇੱਕ ਜਪਜੀ ਸਾਹਿਬ ਵਿੱਚ ਬਚਨ ਪੜ੍ਹਦੇ ਹਾਂ, ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਪਰ ਤੁਸੀਂ ਇਹ ਪੜ੍ਹਿਆ ਹੋਵੇਗਾ ਕਿ ਸਮੇਂ ਦੇ 3 ਰੂਪ ਨੇ, ਚੌਥਾ ਰੂਪ ਸਮੇਂ ਦਾ ਨਹੀਂ ਹੈਗਾ। 3 ਹੀ ਰੂਪ ਨੇ ਸਮੇਂ ਦੇ। ਇੱਕ ਸਮਾਂ ਜਿਹੜਾ ਲੰਘ ਚੁੱਕਿਆ, ਜਿਹਨੂੰ ਸੰਸਕ੍ਰਿਤ ਭਾਸ਼ਾ ਵਿੱਚ ਕਿਹਾ ਗਿਆ ਭੂਤ ਕਾਲ। ਇੱਕ ਸਮਾਂ ਜਿਹੜਾ ਸਾਡੀਆਂ ਅੱਖਾਂ ਦੇ ਸਾਹਮਣੇ ਵਰਤਦਾ, ਉਹਨੂੰ ਕਹਿੰਦੇ ਵਰਤਮਾਨ ਕਾਲ। ਇੱਕ ਸਮਾਂ ਜਿਹੜਾ ਅਜੇ ਆਉਣਾ ਹੈ, ਵੇਖਿਆ ਨਹੀਂ ਅਸੀਂ, ਉਹਨੂੰ ਕਹਿੰਦੇ ਭਵਿੱਖਿਅਤ ਕਾਲ। ਅਜੋਕੇ ਸਮੇਂ ਦੀ ਇੰਗਲਿਸ਼ ਭਾਸ਼ਾ ਵਿੱਚ ਹੀ ਇਹਨੂੰ 3 ਰੂਪਾਂ ਦੇ ਵਿੱਚ ਵੰਡਿਆ ਹੋਇਆ ਹੈ। ਸੋ ਗੁਰੂ ਪਿਆਰ ਵਾਲਿਓ, ਪਾਸਟ, ਪ੍ਰੈਜੈਂਟ ਤੇ ਫਿਊਚਰ 3 ਹੀ ਹਨ, ਚੌਥਾ ਤੇ ਹੈ ਨਹੀਂ ਨਾ। 3 ਤਰ੍ਹਾਂ ਦੀ ਵੰਡ ਹੈ ਸਮੇਂ ਦੀ। ਲੰਘਿਆ ਹੋਇਆ ਸਮਾਂ ਅੱਖਾਂ ਦੇ ਸਾਹਮਣੇ ਵਰਤਣ ਵਾਲਾ,
ਸਮਾਂ ਤੇ ਆਉਣ ਵਾਲਾ ਸਮਾਂ, ਚੌਥਾ ਨਹੀਂ ਹੈਗਾ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਮੂਲ ਮੰਤਰ ਵਿੱਚ 4 ਚੀਜ਼ਾਂ ਲਿਖੀਆਂ ਜੀ। ਹੁਣ 3 ਤਾਂ ਹੈ ਹੀ ਹੈ, ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਇਹ ਤੇ ਅੱਜ ਵੀ ਹੈ। ਜਿਹੜਾ ਆਦ ਸੱਚ ਹੈ ਉਹ ਇੱਕ ਵੱਖ ਹੈ, ਉਹ ਸਮੇਂ ਦੀ ਪਕੜ ਤੋਂ ਬਾਹਰ ਹੈ। ਕਿਉਂਕਿ ਸਮਾਂ ਉਦੋਂ ਬਣਦਾ ਹੈ ਜਦੋਂ ਜੁਗਾਦ ਸੱਚ ਸ਼ੁਰੂ ਹੁੰਦਾ ਹੈ। ਉਦੋਂ ਪਹਿਲਾਂ ਸਮਾਂ ਨਹੀਂ ਗਾ, ਉਦੋਂ ਪਹਿਲਾਂ ਕੱਖ ਵੀ ਨਹੀਂ ਗਾ, ਕੇਵਲ ਰੱਬ ਹੈ, ਕੇਵਲ ਪਰਮੇਸ਼ਰ ਹੈ। ਉਦੋਂ ਪਹਿਲਾਂ ਨਾ ਧਰਤੀ ਹੈ, ਨਾ ਆਕਾਸ਼ ਹੈ, ਨਾ ਤਾਰੇ ਨੇ, ਨਾ ਦਿਨ ਰਾਤ ਹੈ, ਨਾ ਕੋਈ ਜੀਵ ਹੈ, ਨਾ ਕੋਈ ਪਸ਼ੂ ਪੰਛੀ ਹੈ, ਨਾ ਰੁੱਖ ਹੈ, ਕੱਖ ਵੀ ਨਹੀਂ ਹੈਗਾ। ਜਿਹਨੂੰ ਗੁਰੂ ਨਾਨਕ ਸਾਹਿਬ ਲਿਖਦੇ ਨੇ ਅਰਬਦ ਨਰਬਦ ਧੁੰਦੂ ਕਾਰਾ, ਧਿਆਨ ਦੇਣਾ, ਅਰਬਦ ਨਰਬਦ ਧੁੰਦੂ ਕਾਰਾ। ਅਰਬਦ ਅਰਬ ਨੂੰ ਕਹਿੰਦੇ ਨੇ, ਅਰਬ ਗਿਣਤੀ ਦਾ ਸ਼ਬਦ, ਨਰਬਦ ਗਿਣਤੀ ਤੋਂ ਰਹਿਤ, ਭਾਵ ਕਿ ਉਹ ਗਿਣਤੀ ਤੋਂ ਰਹਿਤ ਸਮਾਂ ਜਿਹੜਾ ਲੰਘ ਗਿਆ ਹੈ। ਉਦੋਂ ਸਮਾਂ ਕੋਈ ਨਹੀਂ ਸੀ, ਉਦੋਂ ਸਮੇਂ ਦੀ ਗਿਣਤੀ ਕੋਈ ਨਹੀਂ ਸੀ। ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਉਦੋਂ ਧਰਤੀ ਸੀ ਨਾ ਆਕਾਸ਼ ਸੀ, ਪਰ ਰੱਬ ਦਾ ਹੁਕਮ ਉਦੋਂ ਵੀ ਸੀ। ਧਿਆਨ ਦੇਣਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਣ ਸਮਾਧ ਲਗਾਏਂਦ। ਨਾ ਉਦੋਂ ਦਿਨ ਸੀ ਨਾ ਰਾਤ ਸੀ, ਨਾ ਚੰਦਰਮਾ ਸੀ ਨਾ ਸੂਰਜ ਸੀ, ਉਦੋਂ ਰੱਬ ਹੀ ਸਮਾਧੀ ਲਾ ਕੇ ਬੈਠਾ ਸੀ, ਹੋਰ ਕੋਈ ਨਹੀਂ ਸੀ ਹੈਗਾ। ਉਹਨੂੰ ਕਹਿੰਦੇ ਆਦ ਸੱਚ। ਉਦੋਂ ਸਮਾਂ ਨਹੀਂ ਸੀ। ਉਹ ਅਕਾਲ ਸਮੇਂ ਦੀ ਪਕੜ 'ਚ ਕਿਉਂ ਨਹੀਂ? ਕਿਉਂਕਿ ਉਹਨੇ ਸਮਾਂ ਬਣਾਇਆ, ਸਮੇਂ ਨੇ ਉਹਨੂੰ ਨਹੀਂ ਬਣਾਇਆ। ਸਾਨੂੰ ਬਣਾਇਆ ਸਮੇਂ ਨੇ, ਸਾਨੂੰ ਬਣਾਇਆ ਰੱਬ ਨੇ ਸਮੇਂ ਦੀ ਸੀਮਾ ਦੇ ਵਿੱਚ। ਇਸ ਕਰਕੇ ਜੁਗਾਦ ਸੱਚ ਜਿਹੜਾ ਹੈ ਉਦੋਂ ਸਮਾਂ ਸ਼ੁਰੂ ਹੁੰਦਾ, ਜਦੋਂ ਯੁੱਗਾਂ ਦੀ ਰਚਨਾ ਹੁੰਦੀ ਹੈ, ਉਹਦੇ ਨਾਲ ਹੀ ਸਮੇਂ ਦੀ ਰਚਨਾ ਹੁੰਦੀ ਹੈ। ਤੇ ਹੈ ਵੀ ਸੱਚ, ਵੀ ਹੁਣ ਜਿਹੜਾ ਸਾਹਮਣੇ ਵਰਤ ਰਿਹਾ ਨਾਨਕ ਹੋਸੀ ਵੀ ਸੱਚ, ਅੱਗੇ ਵੀ ਉਹ ਸੱਚ ਹੋਵੇਗਾ ਜਿਹੜਾ ਆਉਣ ਵਾਲਾ ਸਮਾਂ ਹੈ। ਧਿਆਨ ਦੇਣਾ, ਉਹ ਜਦੋਂ ਸਮਾਂ ਵੀ ਨਹੀਂ ਸੀ ਉਦੋਂ ਵੀ ਅਕਾਲ ਪੁਰਖ ਹੈ, ਇਸ ਕਰਕੇ ਉਹਨੂੰ ਅਕਾਲ ਕਿਹਾ ਹੈ। ਕਾਲ ਨਾਮ ਸਮੇਂ ਦਾ, ਜਿਹਦੇ ਨਾਲ ਐੜਾ ਲੱਗ ਜਾਵੇ ਉਹਦਾ ਅਰਥ ਹੈ ਅਕਾਲ, ਸਮੇਂ ਤੋਂ ਰਹਿਤ। ਧਿਆਨ ਦੇਣਾ, ਹੁਣ ਅਕਾਲ ਦੀ ਪੂਜਾ ਕਰਨੀ ਹੈ, ਜਿਹਨੇ ਕਦੀ ਮਰਨਾ ਨਹੀਂ ਗਾ, ਜਿਹਨੇ ਕਦੀ ਮੁੱਕਣਾ ਨਹੀਂ ਗਾ, ਜਿਹਨੇ ਕਦੀ ਖਤਮ ਨਹੀਂ ਹੋਣਾ, ਜਿਹਨੂੰ ਪਾਤਸ਼ਾਹ ਕਹਿੰਦੇ ਨੇ ਅਕਾਲ ਮੂਰਤ ਵਰ ਪਾਇਆ ਅਬਨਾਸੀ, ਨਾ ਕਦੇ ਮਰੈ ਨਾ ਜਾਇਆ। ਨਾ ਉਹ ਕਦੇ ਮਰਦਾ ਹੈ ਨਾ ਕਿਤੇ ਜਾਂਦਾ ਹੈ, ਉਹ ਸਦਾ ਜੀਵ ਦੇ ਨਾਲ ਵੀ ਰਹਿੰਦਾ ਹੈ ਤੇ ਉਹ ਮਰਦਾ ਵੀ ਨਹੀਂ ਗਾ। ਉਸ ਅਕਾਲ ਦੀ ਪੂਜਾ ਕਰਨ ਦਾ ਹੁਕਮ ਕੀਤਾ ਹੈ, ਪੂਜਾ ਅਕਾਲ ਕੀ। ਧਿਆਨ ਦੇਣਾ, ਹੁਣ ਅਕਾਲ ਦੀ ਪੂਜਾ ਕਿਵੇਂ ਕਰਨੀ? ਗੁਰਬਾਣੀ ਨੂੰ ਪੜ੍ਹਾਂਗੇ ਤੇ ਗੁਰਬਾਣੀ ਦਾ ਇੱਕ ਬਚਨ ਆਉਂਦਾ ਹੈ, ਪੂਜਾ ਦੇ ਕਈ ਰੂਪ ਨੇ। ਬਾਕੀ ਧਰਮਾਂ ਦੇ ਵਿੱਚ ਪੂਜਾ ਦੇ ਹੋਰ ਰੂਪ ਨੇ। ਕੋਈ ਫੁੱਲ ਅਰਪਣ ਕਰਦਾ, ਵੈਸੇ ਪੂਜਾ ਦੇ ਅੰਗ ਬਾਹਰੀ ਅੰਗ ਨੇ, ਫੁੱਲ ਚੜਾਉਣੇ ਆਦਿਕ, ਛੰਟ ਛਿੜਕਾਉਣਾ, ਸੁਗੰਧੀਆਂ ਦਾ ਛਿੜਕਣਾ, ਰਮਾਲੇ ਭੇਟਾ ਕਰਨੇ, ਇਹ ਪੂਜਾ ਦਾ ਅੰਗ ਮੰਨੇ ਜਾਂਦੇ ਨੇ। ਮੱਥਾ ਟੇਕਣਾ, ਇਹ ਵੀ ਪੂਜਾ ਦਾ ਅੰਗ ਮੰਨਿਆ ਜਾਂਦਾ। ਪੂਜਾ ਕਰਨੀ, ਧਿਆਨ ਦੇਣਾ। ਪਰ ਅਸਲ ਵਿੱਚ ਪੂਜਾ ਕਦੋਂ ਹੈ? ਹੁਣ ਪਾਤਸ਼ਾਹ ਕਹਿੰਦੇ ਨੇ ਜਿੰਨਾ ਚਿਰ ਤੇਰੇ ਅੰਦਰੋਂ ਪੂਜਾ ਨਹੀਂ ਨਾ ਸ਼ੁਰੂ ਹੁੰਦੀ, ਬਾਹਰਲੀ ਪੂਜਾ ਤੇਰੀ ਝੂਠੀ ਹੈ। ਇੱਕ ਬਚਨ ਆਉਂਦਾ ਹੈ, ਮਨ ਵੇਕਾਰੀ ਵੇੜਿਆ, ਗੁਰੂ ਨਾਨਕ ਸਾਹਿਬ ਦਾ ਬਚਨ, ਮਨ ਵੇਕਾਰੀ ਵੇੜਿਆ, ਵੇਕਾਰਾ ਕਰਮ ਕਮਾਏ, ਦੂਜੈ ਭਾਏ ਅਗਿਆਨੀ ਪੂਜਦੇ, ਦਰਗਹ ਮਿਲੈ ਸਜਾਏ, ਆਤਮਾ ਦਿਓ ਪੂਜੀਆ ਬਿਨ ਸਤਿਗੁਰ ਸੋਝੀ ਨਾ ਪਾਏ। ਹੁਣ ਪਾਤਸ਼ਾਹ ਕਹਿੰਦੇ ਨੇ ਮਨ ਤਾਂ ਜਿਹੜਾ ਵਿਕਾਰਾਂ ਦੇ ਵਿੱਚ ਲਿਬੜਿਆ ਹੋਇਆ, ਮਨ ਤਾਂ ਵਿਕਾਰਾਂ ਨੇ ਫਸਾਇਆ ਹੋਇਆ ਆਪਣੇ ਵਿੱਚ, ਤੇ ਵਿਕਾਰਾਂ ਦੇ ਵਿੱਚ ਹੀ ਇਹ ਸਾਰੇ ਕਰਮ ਕਰਦਾ। ਕਹਿੰਦੇ ਨੇ ਰੱਬ ਨੂੰ ਛੱਡ ਕਰਕੇ ਹੋਰ ਪਾਸੇ ਦੀ ਪੂਜਾ ਅਗਿਆਨੀ ਲੋਕ ਕਰਦੇ ਨੇ, ਜਿਸ ਕਰਕੇ ਦਰਗਹ ਮਿਲੈ ਸਜਾਏ, ਰੱਬ ਦੀ ਦਰਗਾਹ ਵਿੱਚ ਉਹਨਾਂ ਨੂੰ ਸਜ਼ਾ ਮਿਲਦੀ ਹੈ। ਆਤਮਾ ਦਿਓ ਪੂਜੀਐ ਬਿਨ ਸਤਿਗੁਰ ਸੋਝੀ ਨਾ ਪਾਏ। ਉਹਨੂੰ ਤੇ ਅੰਦਰ ਆਤਮੇ ਉਹਦੀ ਪੂਜਾ ਕਰਨੀ ਸੀ, ਅੰਦਰੋਂ ਪੂਜਣਾ ਸੀ ਜਿਹੜਾ ਆਤਮਾ ਦੇ ਵਿੱਚ ਨਿਵਾਸ ਕਰਕੇ ਬੈਠਾ ਹੈ। ਪਰ ਇਸ ਗੱਲ ਦੀ ਸੋਝੀ ਸਤਿਗੁਰੂ ਤੋਂ ਬਿਨਾਂ ਨਹੀਂ ਮਿਲਣੀ। ਗੁਰੂ ਨਾਨਕ ਸਾਹਿਬ ਨੇ ਉਸ ਪੂਜਾ ਨੂੰ ਇਉਂ ਵੀ ਬਿਆਨ ਕੀਤਾ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜਿਹਨੂੰ ਅਕਾਲ ਕਿਹਾ ਉਹ ਇੱਕ ਹੀ ਹੈ, ਦੂਜਾ ਨਹੀਂ ਹੋ ਸਕਦਾ। ਉਹ ਨਹੀਂ ਭੁੱਲਣਾ ਚਾਹੀਦਾ, ਉਹਦੀ ਪੂਜਾ ਕਰਨੀ ਹੈ। ਹੁਣ ਉਹਦੀ ਪੂਜਾ ਕਿਵੇਂ ਕਰਨੀ? ਵਡਹੰਸ ਰਾਗ ਦਾ ਇੱਕ ਸ਼ਬਦ ਆਉਂਦਾ ਹੈ, ਅਸੀਂ ਉਹ ਬਚਨ ਪੜ੍ਹਦੇ ਹਾਂ ਤੇ ਗੁਰੂ ਪਿਆਰ ਵਾਲਿਓ, ਧੰਨ ਗੁਰੂ ਨਾਨਕ ਸਾਹਿਬ ਨੇ ਉਸ ਸ਼ਬਦ ਦੇ ਅੰਦਰ ਪੂਜਾ ਦਾ ਢੰਗ ਦੱਸਿਆ। ਪੂਜਾ ਅਕਾਲ ਦੀ ਕਰਨੀ ਕਿਵੇਂ ਹੈ? ਪਾਤਸ਼ਾਹ ਬਚਨ ਕਰਦੇ ਨੇ, ਤੇਰਾ ਨਾਮ ਕਰੀ ਚਰਨ ਆਠੀਆ, ਜੇ ਮਨ ਉਰਸਾ ਹੋਏ, ਕਰਨੀ ਕੁੰਗੂ ਜੇ ਰਲੈ,
ਘਟ ਅੰਤਰ ਪੂਜਾ ਹੋਏ, ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਵੈ ਪੂਜ ਨਾ ਹੋਏ। ਧਿਆਨ ਦੇਣਾ, ਤੇਰਾ ਨਾਮ ਕਰੀ ਚੰਨਨਾਠੀਆ। ਚੰਨਨਾਠੀਆ ਕਹਿੰਦੇ ਨੇ ਚੰਦਨ ਨੂੰ। ਧਿਆਨ ਦੇਣਾ, ਚੰਦਨ ਤੇ ਆਪਾਂ ਜਾਣਦੇ ਹਾਂ ਸੁਗੰਧੀ ਵਾਲਾ। ਮਹਾਰਾਜ ਕਹਿੰਦੇ ਤੇਰਾ ਨਾਮ ਚੰਦਨ ਬਣ ਜਾਵੇ। ਜੇ ਮਨ ਉਰਸਾ ਹੋਏ, ਉਰਸਾ ਹੁੰਦਾ ਹੈ ਇੱਕ ਗੋਲ ਆਕਾਰ ਦੀ ਛੋਟੀ ਜੀ ਸਿਲ ਪੱਥਰ ਦੀ ਹੁੰਦੀ ਹੈ, ਜਿਹਦੇ ਉੱਤੇ ਚੰਦਨ ਰਗੜਿਆ ਜਾਂਦਾ ਸੁਗੰਧੀ ਵਾਸਤੇ, ਉਹਨੂੰ ਉਰਸਾ ਕਹਿੰਦੇ ਨੇ। ਪਾਤਸ਼ਾਹ ਕਹਿੰਦੇ ਨੇ ਜੇ ਰੱਬ ਦੀ ਪੂਜਾ ਕਰਨੀ ਹੈ ਨਾ, ਪਰਮੇਸ਼ਰ ਦੇ ਨਾਮ ਦਾ ਚੰਦਨ ਬਣਾ। ਤੇ ਜੇ ਮਨ ਉਰਸਾ ਹੋਏ, ਜੇ ਤੇਰਾ ਮਨ ਉਰਸਾ ਭਾਵ ਉਹ ਗੋਲ ਆਕਾਰ ਦੀ ਸਿਲਾ ਬਣ ਜਾਵੇ, ਭਾਵ ਜਿਹਦੇ ਤੇ ਚੰਦਨ ਰਗੜੀਦਾ ਹੈ, ਭਾਵ ਕਿ ਆਪਣੇ ਮਨ ਰੂਪੀ ਸਿਲਾ ਦੇ ਉੱਪਰ ਵਾਹਿਗੁਰੂ ਦੇ ਨਾਮ ਰੂਪੀ ਚੰਦਨ ਨੂੰ ਰਗੜ, ਤਾਂ ਕਿ ਤੇਰੇ ਮਨ ਦੇ ਵਿੱਚ ਨਾਮ ਦੀ ਸੁਗੰਧੀ ਭਰ ਜਾਵੇ। ਤੇਰਾ ਨਾਮ ਕਰੀ ਚੰਨਨਾਠੀਆ, ਜੇ ਮਨ ਉਰਸਾ ਹੋਏ, ਕਰਨੀ ਕੁੰਗੂ ਜੇ ਰਲੈ। ਜਦੋਂ ਚੰਦਨ ਜਿਹੜਾ ਚੰਦਨ ਕੱਲਾ ਨਹੀਂ ਰਗੜਿਆ ਜਾਂਦਾ, ਉਹਦੇ ਵਿੱਚ ਕੇਸਰ ਵੀ ਰਲਾਇਆ ਜਾਂਦਾ। ਇੱਥੇ ਕੇਸਰ ਕਿਹੜਾ ਰਲਾਉਣਾ ਹੈ? ਪਾਤਸ਼ਾਹ ਕਹਿੰਦੇ ਕਰਨੀ ਕੁੰਗੂ ਜੇ ਰਲੈ। ਕਰਨੀ ਦਾ ਅਰਥ ਹੈ ਆਚਰਣ, ਕਰੈਕਟਰ, ਜੀਵਨ। ਇੱਕ ਨਾਮ ਦਾ ਚੰਦਨ ਹੋਵੇ, ਦੂਜਾ ਤੇਰਾ ਜੀਵਨ ਉੱਚਾ ਸੁੱਚਾ ਹੋਵੇ। ਜਦੋਂ ਇਹ ਦੋ ਚੀਜ਼ਾਂ ਰਲ ਗਈਆਂ ਨਾ, ਘਟ ਅੰਤਰ ਪੂਜਾ ਹੋਏ, ਤੇਰੇ ਹਿਰਦੇ ਵਿੱਚ ਹੀ ਉਦੋਂ ਰੱਬ ਦੀ ਪੂਜਾ ਹੋਵੇਗੀ। ਧਿਆਨ ਦੇਣਾ, ਕਈ ਵਾਰ ਅਸੀਂ ਨਾਮ ਜਪਦੇ ਹਾਂ ਪਰ ਕਰੈਕਟਰ ਨਹੀਂ ਠੀਕ, ਜੀਵਨ ਨਹੀਂ ਠੀਕ, ਨਿਤਨੇਮ ਹੈ, ਬਾਣੀ ਕੋਲ ਹੈ, ਸਿਮਰਨ ਕੋਲ ਹੈ, ਪਰ ਕਰੈਕਟਰ ਪੱਖੋਂ ਵੀਕ ਆ। ਧਿਆਨ ਦੇਣਾ, ਗੁਰੂ ਪਿਆਰ ਵਾਲੇ ਦੋ ਚੀਜ਼ਾਂ ਨੂੰ ਸਮਝਣਾ। ਮਹਾਰਾਜ ਨੇ ਦੋਵੇਂ ਇਕੱਠੀਆਂ ਕੀਤੀਆਂ, ਕਰਨੀ ਤੇ ਗੁਰਮੁਖੋ ਚੰਦਨ, ਭਾਵ ਕਿ ਨਾਮ ਰੂਪੀ ਚੰਦਨ ਹੋਵੇ, ਮਨ ਰੂਪੀ ਉਰਸਾ ਹੋਵੇ, ਤੇ ਕਰੈਕਟਰ ਜਿਹੜਾ ਹੈ ਇਹ ਕਰੈਕਟਰ ਦਾ ਉੱਚੇ ਸੁੱਚੇ ਜੀਵਨ ਦਾ ਉਹਦੇ ਵਿੱਚ ਕੇਸਰ ਪਾ ਲੈਣਾ। ਇਹ ਦੋਵੇਂ ਚੀਜ਼ਾਂ ਜਦੋਂ ਰਲ ਗਈਆਂ ਨਾ, ਜਦੋਂ ਇਹਨਾਂ ਦੋਨਾਂ ਨੂੰ ਰਲਾਵੇਂਗਾ, ਫਿਰ ਤੇਰੇ ਅੰਦਰ ਪੂਜਾ ਹੋਵੇਗੀ। ਯਾਦ ਰੱਖੀ, ਕੱਲੇ ਫੁੱਲ ਚੜਾਉਣ ਨਾਲ ਗੱਲ ਨਹੀਂ ਬਣਨੀ, ਕੱਲੇ ਮੱਥੇ ਟੇਕਣ ਨਾਲ ਗੱਲ ਨਹੀਂ ਬਣਨੀ। ਪੂਜਾ ਕੀਤੇ ਮਾਰੇ ਕਹਿੰਦੇ ਪੂਜਾ ਕਰ, ਫੁੱਲ ਵੀ ਅਰਪਣ ਕਰ ਲੈ, ਕੋਈ ਗੱਲ ਨਹੀਂ, ਸਤਿਕਾਰ ਹੈ ਗੁਰੂ ਸਾਹਿਬ ਦਾ, ਕਰ ਲੈ, ਮੱਥਾ ਵੀ ਟੇਕਣਾ ਜ਼ਰੂਰੀ ਹੈ। ਪੂਜਾ ਕੀਤਾ ਮਾਰੇ ਕਹਿੰਦੇ ਪੂਜਾ ਕਰ, ਪਰ ਨਾਲ ਯਾਦ ਰੱਖੀ ਨਾਮ ਧਿਆਈਐ। ਨਾਮ ਵੀ ਜਪਣਾ, ਜੇ ਨਾਮ ਨਹੀਂ ਜਪਦਾ, ਬਿਨ ਨਾਵੈ ਪੂਜ ਨਾ ਹੋਏ। ਕੱਲੇ ਫੁੱਲ ਚੜਾਉਣ ਨਾਲ ਪੂਜਾ ਨਹੀਂ ਹੋਣੀ ਜਿੰਨਾ ਚਿਰ ਨਾਮ ਨਹੀਂ ਜਪਦਾ। ਧਿਆਨ ਦੇਣਾ, ਫੁੱਲ ਵੀ ਚੜਾਉਣੇ ਜ਼ਰੂਰੀ ਨੇ, ਫੁੱਲ ਵੀ ਚੜਾ ਸ਼ਰਧਾ ਭਾਵਨਾ ਦੇ ਨਾਲ, ਪਰ ਯਾਦ ਰੱਖੀ ਨਾਮ ਜਪਿਆ ਹੀ ਅਸਲੀ ਪੂਜਾ ਹੋਣੀ ਹੈ। ਜਿੰਨਾ ਚਿਰ ਤੂੰ ਨਾਮ ਨਹੀਂ ਜਪਦਾ, ਉਹਨਾਂ ਚਿਰ ਤੇਰੀ ਪੂਜਾ ਅਧੂਰੀ ਹੈ। ਇਸ ਨੂੰ ਥੋੜਾ ਜਿਹਾ ਹੋਰ ਸਮਝ ਲਿਓ। ਗੁਰੂ ਰਾਮਦਾਸ ਪਾਤਸ਼ਾਹ ਜੀ ਇੱਕ ਬਚਨ ਕਰਦੇ ਨੇ, ਤੁਹਾਨੂੰ ਗੁਰੂ ਰਾਮਦਾਸ ਜੀ ਕਹਿੰਦੇ ਨੇ ਸੇਵਕ ਸਿੱਖ ਪੂਜਣ ਸਭ ਆਵੇ। ਪੂਜਾ ਤੇ ਸਾਰੇ ਕਰਨ ਆਉਂਦੇ ਨੇ, ਸੇਵਕ ਵੀ ਆਉਂਦੇ ਨੇ, ਸਿੱਖ ਵੀ ਆਉਂਦੇ ਨੇ। ਸਭ ਗਾਵਹਿ ਹਰ ਹਰ ਊਤਮ ਬਾਣੀ, ਸਾਰੇ ਗਾਉਂਦੇ ਨੇ ਵਾਹਿਗੁਰੂ ਦੀ ਉੱਤਮ ਬਾਣੀ ਨੂੰ। ਗਾਵਿਆ ਸੁਣਿਆ ਤਿੰਨ ਕਾਰ ਹਰ ਥਾਏ ਪਾਵੇ। ਗਾਵਿਆ ਤੇ ਸੁਣਿਆ ਹੋਇਆ ਤਿੰਨਾਂ ਦਾ ਵਾਹਿਗੁਰੂ ਥਾਏ ਪਾਉਂਦਾ ਹੈ। ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ, ਜਿਨੇ ਸਤਿਗੁਰਾਂ ਦੇ ਹੁਕਮ ਨੂੰ ਸਤ ਬਚਨ ਕਹਿ ਕਰਕੇ ਮੰਨ ਲਿਆ ਹੈ, ਉਹਦੀ ਕੀਤੀ ਹੋਈ ਪੂਜਾ ਥਾਂ ਪੈਣੀ, ਨਹੀਂ ਤੇ ਪੂਜਾ ਅਧੂਰੀ ਹੈ। ਪੂਜਾ ਕੇਵਲ ਅਕਾਲ ਦੀ ਕਰਨੀ, ਦੂਜੇ ਦੀ ਤੇ ਕਰਨੀ ਨਹੀਂ। ਅੱਜ ਪੂਜਾ ਬੜੇ ਥਾਵਾਂ ਤੇ ਹੁੰਦੀ ਹੈ, ਇੰਨੀ ਕੁ ਪੂਜਾ ਨਹੀਂ। ਕਬਰਾਂ ਦੀ ਪੂਜਾ, ਮੜੀਆਂ ਦੀ ਪੂਜਾ, ਕਿੰਨੀ ਕੁ ਪੂਜਾ ਗਿਣਾ। ਪਾਤਸ਼ਾਹ ਨੇ ਕਿਹਾ ਸੀ ਇੱਕ ਅਕਾਲ ਦੀ ਪੂਜਾ ਕਰਨੀ ਹੈ। ਅਕਾਲ ਦਾ ਪੁਜਾਰੀ ਤੇ ਅੱਜ ਸਿੱਖ ਰਿਹਾ ਹੀ ਨਹੀਂਗਾ, ਕੋਈ ਵਿਰਲਾ ਸਿੱਖ ਜਿਹੜਾ ਅਕਾਲ ਦਾ ਪੁਜਾਰੀ ਹੋਵੇਗਾ, ਨਹੀਂ ਤੇ ਜ਼ਿਆਦੇ ਤਾਂ ਕਾਲ ਦੇ ਪੁਜਾਰੀ ਬਣ ਗਏ, ਕਿਉਂਕਿ ਥਾਂ ਥਾਂ ਤੇ ਅੱਜ ਪੂਜਾ ਹੁੰਦੀ ਹੈ। ਕਲਗੀਧਰ ਪਾਤਸ਼ਾਹ ਜੀ ਸ਼ਬਦ ਹਜ਼ਾਰੇ ਦੀ ਬਾਣੀ ਵਿੱਚ ਇੱਕ ਬਚਨ ਕਰਦੇ ਨੇ, ਮਾਰੇ ਕਹਿੰਦੇ ਇੱਕ ਬਿਨ ਦੂਸਰ ਸੋ ਨਾ ਚਨਾਰ, ਵੀ ਇੱਕ ਤੋਂ ਬਿਨਾਂ ਤੇ ਦੂਸਰੇ ਨੂੰ ਪਛਾਣ ਵੀ ਨਾ ਕਿ ਰੱਬ ਵਰਗਾ ਕੋਈ ਹੋਰ ਵੀ ਹੈਗਾ, ਨਹੀਂ, ਉਹ ਇੱਕ ਹੀ ਹੈ, ਅਕਾਲ ਇੱਕ ਹੀ ਹੈ। ਇੱਕ ਬਿਨ ਦੂਸਰ ਸੋ ਨਾ ਚਨਾਰ, ਭੰਜਨ ਗੜਨ ਸਮਰੱਥ ਸਦਾ ਪ੍ਰਭ, ਸੋ ਜਾਣਤ ਹੈ ਕਰਤਾ। ਭੰਜਨ ਭੰਨਣ ਵਾਲਾ, ਨਾਸ ਕਰਨ ਵਾਲਾ, ਗੜਨ ਘੜਨ ਵਾਲਾ, ਪੈਦਾ ਕਰਨ ਵਾਲਾ। ਪੈਦਾ ਕਰਨ ਵਾਲਾ ਤੇ ਮਾਰਨ ਵਾਲਾ ਇੱਕ ਵਾਹਿਗੁਰੂ, ਉਹ ਸਭ ਕੁਝ ਜਾਣਦਾ, ਉਹਦੇ ਤੋਂ ਬੁਣਾ ਦੂਜਾ ਕੋਈ ਨਹੀਂ। ਮਾਰਾ ਰਾਖੈ ਏਕੋ ਆਪ, ਮਾਨੁਖ ਕਹਿ ਕਿਛ ਨਾਹੀ ਹਾਥ। ਅੱਜ ਬੰਦਿਆਂ ਦੀ ਪੂਜਾ ਵੀ, ਬੰਦੇ ਨੇ ਜੋ ਕਹਿ ਦਿੱਤਾ ਸੀ ਉਹ ਮੰਨ ਲਿਆ, ਉਹਦੇ ਤੇ ਯਕੀਨ ਹੈ। ਜੋ ਗੁਰੂ ਨੇ ਕਹਿ ਦਿੱਤਾ ਉਹ ਮੰਨਣ ਵਾਸਤੇ ਤਿਆਰ। ਕੋਈ ਕਿਤੇ ਤੁਰਿਆ ਫਿਰਦਾ, ਕੋਈ ਕਾਲੇ ਇਲਮ ਵਾਲਿਆਂ ਕੋਲੇ ਤੁਰਿਆ ਫਿਰਦਾ, ਕੋਈ ਧਾਗੇ ਤਵੀਤਾਂ ਵਾਲੇ ਕੋਲ ਤੁਰਿਆ ਫਿਰਦਾ, ਕੋਈ ਕਿਤੇ ਤੁਰਿਆ ਫਿਰਦਾ, ਕੋਈ ਪੱਤਰੀ ਖੁਲਾ ਲੈਂਦਾ ਹੈ, ਕੋਈ ਹੱਥ ਵਿਖਾ ਆਉਂਦਾ ਹੈ, ਕੋਈ ਪੰਡਤ ਕੋਲੇ ਚੱਲ ਜਾਂਦਾ ਹੈ। ਤੇ ਬਹੁਤੇ ਤੇ ਸਾਡੇ ਬਾਬੇ ਵੀ ਕਈ ਪੰਡਤ ਬਣੇ ਹੋਏ, ਉਹ ਕੰਮ ਕਰ ਲੈਂਦੇ।
ਉਹ ਫਿਰ ਜਦੋਂ ਸਾਡੇ ਅੱਗੇ ਰੋਕਣ ਕੋਈ ਨਹੀਂ ਜੀ, ਉਹ ਤਾਂ ਗੁਰੂ ਘਰ ਦੇ ਹੀ ਹੈ। ਫਿਰ ਸਾਡੇ ਵਰਗਿਆਂ ਨੂੰ ਚੁੱਪ ਹੋਣਾ ਪੈਂਦਾ ਵੀ ਗੁਰੂ ਘਰ ਦੇ ਕੰਮ ਤਾਂ ਪੰਡਤਾਂ ਵਾਲੇ ਹੀ ਹੈ। ਧਿਆਨ ਦੇਣਾ। ਹੁਣ ਪਾਤਸ਼ਾਹ ਜੀ ਉੱਥੇ ਬਚਨ ਕਰਦੇ ਨੇ, ਕਿਉਂਕਿ ਇਸ ਗੱਲ ਨੂੰ ਸਮਝਣਾ ਬੜਾ ਨੁਕਤਾ ਇਹ ਬਰੀਕ ਹੈ। ਹੁਣ ਮਹਾਰਾਜ ਤੇ ਕਹਿੰਦੇ ਇੱਕੋ ਹੀ ਹੈ, ਤੇ ਦੂਜੇ ਦੀ ਪੂਜਾ ਕਿਉਂ ਕਰਨਾ। ਭੰਜਨ ਗੜਨ ਸਮਰੱਥ ਸਦਾ ਪ੍ਰਭ, ਸੋ ਜਾਣਤ ਹੈ ਕਰਤਾਰ। ਤੇ ਅਗਲਾ ਬਚਨ ਪਾਤਸ਼ਾਹ ਜੀ ਨੇ ਵਰਤਿਆ ਹੈ, ਕਹਾਂ ਭਇਓ ਜੋ ਅਤ ਹਿਤ ਚਿਤ ਕਰ, ਬਹੁ ਬਿਦ ਸਿਲਾ ਉਜਾਈ। ਕਹਿੰਦੇ ਕੀ ਹੋ ਗਿਆ ਜੇ ਤੂੰ ਬਹੁਤਾ ਪ੍ਰੇਮ ਕਰਕੇ ਪੱਥਰਾਂ ਦੀ ਪੂਜਾ ਕਰ ਵੀ ਲਵੇਂ, ਕਬਰਾਂ ਦੀ ਪੂਜਾ ਕਰ ਵੀ ਲਵੇਂ। ਕਹਾਂ ਭਇਓ ਜੋ ਅਤ ਹਿਤ ਚਿਤ ਕਰ, ਬਹੁ ਬਿਦ ਸਿਲਾ ਉਜਾਈ। ਪ੍ਰਾਣ ਤੱਕਿਓ ਪਾਹਣ ਕਹਿ ਪਰਥਤ, ਕਛ ਕਰ ਸਿੱਧ ਨਾ ਆਈ। ਜ਼ਿੰਦਗੀ ਲੰਘ ਗਈ ਪੱਥਰ ਦੀ ਪੂਜਾ ਕਰਦਿਆਂ। ਪਾਤਸ਼ਾਹ ਕਹਿੰਦੇ ਹੱਥ ਤੇ ਕੱਖ ਨਹੀਂ ਨਾ ਆਇਆ, ਜ਼ਿੰਦਗੀ ਤੇਰੀ ਲੱਗ ਗਈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ ਤੇ ਪਾਤਸ਼ਾਹ ਕਹਿੰਦੇ, ਜੋ ਪਾਥਰ ਕੋ ਕਹਤੇ ਦੇਵ, ਤਾਂ ਕਿ ਬਿਰਥਾ ਹੋਵੇ ਸੇਵ। ਜਿਹੜੇ ਪੱਥਰ ਨੂੰ ਰੱਬ ਕਹਿੰਦੇ, ਉਹਨਾਂ ਦੀ ਕੀਤੀ ਹੋਈ ਸੇਵਾ ਵਿਅਰਥੀ ਹੈ। ਕਬਰ ਕੀ ਹੈ? ਪੱਥਰ ਹੀ ਹੈ, ਹੋਰ ਕੀ ਇੱਟਾਂ ਹੀ ਲੱਗੀਆਂ। ਧਿਆਨ ਦੇਣਾ। ਉੱਤੇ ਸੰਗਮਰਮਰ ਲਾ ਦਿੱਤੀ, ਸੋਹਣੀ ਜੀ ਕਰ ਦਿੱਤੀ, ਉਹਦੇ ਨਾਲ ਰੱਬ ਤਾਂ ਨਹੀਂ ਬਣ ਜਾਣਾ। ਧਿਆਨ ਦੇਣਾ। ਜੋ ਪਾਥਰ ਕੋ ਕਹਤੇ ਦੇਵ, ਤਾਂ ਕਿ ਬਿਰਥਾ ਹੋਵੇ ਸੇਵ। ਜੋ ਪਾਥਰ ਕੀ ਪਾਈ ਪਾਏ, ਤਿਸ ਕੀ ਘਾਲ ਅਜਾਈ ਜਾਏ। ਜਿਹੜੇ ਕਹਿੰਦੇ ਪੱਥਰ ਦੀ ਪੈਰੀ ਪੈਂਦੇ, ਉਹਨਾਂ ਦੀ ਕੀਤੀ ਘਾਲ ਕਮਾਈ ਅਜਾਈ ਚਲੀ ਜਾਂਦੀ, ਵਿਅਰਥੀ ਚਲੀ ਜਾਂਦੀ ਹੈ। ਅਗਲਾ ਬਚਨ ਹੈ, ਠਾਕੁਰ ਹਮਰਾ ਸਦ ਬੋਲੰਤਾ, ਸਰਬ ਜੀਆਂ ਕੋ ਪ੍ਰਭ ਦਾਨ ਦੇਤਾ। ਮਾਰੇ ਕਹਿੰਦੇ ਜਿਹੜਾ ਸਾਡਾ ਮਾਲਕ ਨਾ, ਉਹ ਸਦਾ ਬੋਲਦਾ ਵੀ ਹੈ ਅਤੇ ਸਾਰੇ ਜੀਵਾਂ ਨੂੰ ਦਾਨ ਵੀ ਦਿੰਦਾ ਹੈ। ਜਿਹੜਾ ਤੂੰ ਮਾਲਕ ਬਣਾਈ ਫਿਰਦਾ ਐ ਜੀਵ, ਨਾ ਪਾਥਰ ਬੋਲੇ ਨਾ ਕਿਛ ਦੇ, ਫੋਕਟ ਕਰਮ ਨਿਹਫਲ ਹੈ ਸੇਵ। ਕਹਿੰਦੇ ਨਾ ਤੇ ਪੱਥਰ ਬੋਲਦਾ ਹੀ, ਨਾ ਕੁਝ ਦਿੰਦਾ ਹੀ, ਇਹ ਫੋਕਾ ਹੀ ਕਰਮ ਹੈ। ਸੇਵਾ ਕਰਨ ਦਾ ਕੋਈ ਲਾਭ ਨਹੀਂ, ਜਿੰਨਾ ਮਰਜ਼ੀ ਮੂਰਤੀਆਂ ਦੀ ਸੇਵਾ ਕਰ ਲੈ। ਬਾਬਾ ਕਬੀਰ ਜੀ ਬਚਨ ਕਰਦੇ ਨੇ, ਪਾਖਾਨ ਗੜ ਕੈ ਮੂਰਤ ਕੀਨੀ, ਦੇਖਾ ਛਾਤੀ ਪਾਓ। ਜੇ ਇਹ ਮੂਰਤ ਸਾਚੀ ਹੈ ਤਾਂ ਗੜਨ ਹਾਰੇ ਖਾਓ। ਜਦੋਂ ਹੁਣ ਮੂਰਤੀ ਬਣਾਈ ਜਾਂਦੀ ਹੈ ਤੇ ਉਹਦੀ ਛਾਤੀ ਤੇ ਪੈਰ ਰੱਖ ਕਰਕੇ ਘਾੜਾ ਮੂਰਤੀ ਘੜਦਾ ਪੱਥਰ ਦੀ। ਜਿੰਨਾ ਚ ਪੈਰ ਨਾ ਰੱਖੇ ਉਹਨਾਂ ਚ ਮੂਰਤੀ ਨਹੀਂ ਘੜੀ ਜਾਂਦੀ। ਬਾਬਾ ਕਬੀਰ ਜੀ ਕਹਿੰਦੇ ਪਾਖਾਨ ਗੜ ਕੇ, ਪਾਖਾਨ ਪੱਥਰ ਨੂੰ ਘੜ ਕਰਕੇ ਮੂਰਤ ਕੀਨੀ, ਰੱਬ ਦੀ ਮੂਰਤ ਬਣਾਈ। ਬੰਦੇ ਨੇ ਰੱਬ ਬਣਾ ਦਿੱਤਾ, ਗੱਲ ਉਲਟੀ ਹੋ ਗਈ ਨਾ। ਰੱਬ ਨੇ ਬੰਦਾ ਬਣਾਇਆ ਤੇ ਮੰਨਣ ਯੋਗ ਹੈ। ਅੱਜ ਰੱਬ ਨੂੰ ਬੰਦਾ ਬਣਾ ਰਿਹਾ, ਮੂਰਤੀ ਘੜ ਦਿੱਤੀ, ਭਗਵਾਨ ਦੀ ਮੂਰਤੀ ਬਣਾਤੀ ਜੀ। ਭਗਵਾਨ ਫਿਰ ਰੱਬ ਨੇ ਬਣਾ ਦਿੱਤਾ ਹੋਇਆ ਨਾ, ਫਿਰ ਉਹ ਬੰਦਾ ਬਣਾਉਣ ਵਾਲਾ ਵੱਡਾ ਹੋ ਗਿਆ, ਮੂਰਤੀ ਤਾਂ ਛੋਟੀ ਹੋ ਗਈ। ਬਾਬਾ ਕਬੀਰ ਜੀ ਕਹਿੰਦੇ ਪਾਖਾਨ ਗੜ ਕੇ ਮੂਰਤ ਕੀਨੀ, ਦੇ ਕਾ ਛਾਤੀ ਪਾਓ। ਪੱਥਰ ਘੜ ਕਰਕੇ ਮੂਰਤੀ ਬਣਾ ਦਿੱਤੀ ਭਗਵਾਨ ਦੀ, ਛਾਤੀ ਤੇ ਪੈਰ ਰੱਖਿਆ। ਜੇ ਇਹ ਮੂਰਤ ਸਾਚੀ ਹੈ, ਬਾਬਾ ਕਬੀਰ ਜੀ ਕਹਿੰਦੇ ਜੇ ਸੱਚਮੁੱਚ ਇਹ ਮੂਰਤੀ ਰੱਬ ਹੈ ਤੇ ਗੜਨ ਹਾਰੇ ਖਾਓ। ਫਿਰ ਘੜਨ ਵਾਲੇ ਦੇ ਪਹਿਲਾਂ ਧੌਣ 'ਚ ਮਾਰੇ, ਜਿੰਨੇ ਪੈਰ ਰੱਖਿਆ ਉਹਦੀ ਛਾਤੀ ਤੇ, ਪਹਿਲਾਂ ਉਹਨੂੰ ਖਾਵੇ, ਉਹਨੂੰ ਮਾਰੇ ਵੀ ਤੂੰ ਮੇਰਾ ਨਰਾਦਰ ਕਿਉਂ ਕੀਤਾ। ਧਿਆਨ ਦੇਣਾ। ਮੂਰਤੀ ਦੀ ਪੂਜਾ ਨੂੰ ਅਸੀਂ ਰੱਬ ਦੀ ਪੂਜਾ, ਬੰਦੇ ਦੀ ਪੂਜਾ ਨੂੰ ਰੱਬ ਦੀ ਪੂਜਾ। ਪਰ ਗੁਰਮੁਖ ਬੰਦੇ ਦੀ ਪੂਜਾ ਕਰਨ ਵਾਲਾ ਗੁਰੂ ਕਾ ਸਿੱਖ ਨਹੀਂ ਹੋ ਸਕਦਾ। ਉਹ ਮਨਮੁਖ ਬੰਦੇ ਦਾ ਬੰਦਾ। ਤੇ ਪਾਤਸ਼ਾਹ ਨੇ ਕਿਹਾ ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਮਨਮੁਖ ਬੰਦੇ ਦਾ ਬੰਦਾ ਬਣਦਾ ਹੈ, ਗੁਰੂ ਕਾ ਸਿੱਖ ਕੇਵਲ ਗੁਰੂ ਕਾ ਸਿੱਖ ਰਹਿੰਦਾ ਹੈ। ਧਿਆਨ ਦੇਣਾ। ਮਾਰੇ ਕਹਿੰਦੇ ਏਕੋ ਜਪ ਏਕੋ ਸਾਲਾਹੇ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ, ਏਕ ਭਗਵੰਤ। ਅਕਾਲ ਇੱਕ ਨੂੰ ਕਿਹਾ ਹੈ, ਬਹੁਤਿਆਂ ਨੂੰ ਅਕਾਲ ਨਹੀਂ ਕਿਹਾ ਜਾਂਦਾ। ਅਕਾਲ ਇੱਕੋ ਹੀ ਹੈ ਜਿਹੜਾ ਸਦਾ ਰਹਿਣ ਵਾਲਾ ਹੈ। ਪਾਤਸ਼ਾਹ ਕਹਿੰਦੇ ਪੂਜਾ ਇੱਕ ਅਕਾਲ ਦੀ ਕਰਨੀ ਹੈ। ਸਮਾਂ ਸੀਮਤ, ਮੈਂ ਵਿਸਥਾਰ ਵੱਲ ਨਹੀਂ ਜਾ ਸਕਦਾ। ਹੁਣ ਇਹ ਆਪਾਂ ਜਿਹੜੀ ਗੱਲ ਹੈ ਇਹਨੂੰ ਸਮਝਣ ਵਾਸਤੇ ਸ਼ਬਦ ਲਿਆ ਨਾ, ਤੇ ਸ਼ਬਦ ਵਿੱਚੋਂ ਹੀ ਪਰਚਾ ਲੈਣਾ। ਮਾਰੇ ਕਹਿੰਦੇ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ। ਗਿਆਨ ਸ਼ਬਦ ਦਾ ਹੈ, ਗੁਰੂ ਦਾ ਹੈ, ਜਿਹਦੇ ਵਿੱਚੋਂ ਸਾਨੂੰ ਅਕਾਲ ਦੀ ਸਮਝ ਆਉਣੀ ਕਿ ਅਕਾਲ ਹੈ ਕੀ। ਧਿਆਨ ਦੇਣਾ। ਇੱਕ ਬਿਨ ਦੂਸਰ ਸੋ ਨਾ ਚਿਨਾਰ, ਭੰਜਨ ਗੜਨ ਸਮਰੱਥ ਸਦਾ ਪ੍ਰਭ, ਜਾਣਤ ਹੈ ਕਰਤਾਰ। ਕਹਾ ਭਇਓ ਅਤ ਹਿਤ ਚਿਤ ਕਰ, ਬਹੁ ਬਿਦ ਸਿਲਾ ਪੁਜਾਈ। ਪ੍ਰਾਣ ਥਕਿਓ, ਪ੍ਰਾਣ ਜੀਵਨ ਬਤੀਤ ਹੋ ਗਿਆ, ਪ੍ਰਾਣ ਥਕਿਓ ਪਾਹਣ ਕਹਿ ਪਰਸਤ। ਕਹਿੰਦੇ ਪੱਥਰ ਦੀ ਪੂਜਾ ਕਰਦਿਆਂ, ਕਬਰ ਦੀ ਪੂਜਾ ਕਰਦਿਆਂ ਜ਼ਿੰਦਗੀ ਲੰਘ ਗਈ, ਕਛ ਕਰ ਸਿੱਧ ਨਾ ਆਈ, ਹੱਥ ਪੱਲੇ ਕੱਖ ਨਹੀਂ ਪਿਆ। ਅਗਲਾ ਬਚਨ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਅਛਤ ਪਾਹਣ ਧੂਪ ਦੀਪ ਅਰਪਤ ਹੈ, ਪਾਹਣ ਕਛੂ ਨਾ ਖਾਇਆ ਹੈ,
ता मैं कहा सिद्ध है रे जड़ तोहे कछू बरदा है। पातशाह कहते ने पत्थर नूं ये बड़े पदार्थ अर्पण करता है पर पत्थर ते कुछ नहीं खांदा। कहते हे मूर्खा पत्थर दे विच कित्थे ताकत है शक्ति है जिहड़ा तैनूं कोई वर दे सके, जिहड़ा तेरे पदार्थां नूं भोग नहीं लाउण जोगा वो तैनूं वर की दे देवेगा। ध्यान देना, पाहण कछू न खै है ता मैं कहा सिद्ध है रे जड़, जड़ दा अर्थ मूर्ख। हे मूर्खा उहदे विच कित्थे शक्ति है, तोहे वर जाओ तोहे वरदा है जे तैनूं कोई वर देना करे। जाओ जी होत ताओ देत कछू तोहे कर, मन बच कर्म विचार। मारे कहंदे वो जिउंदा हुंदा ते तैनूं तां ही कुछ दिंदा, वो ते पत्थर है, तैनूं वो कबर की देवेगी। जाओ जी होत ताओ देत कछू तोहे कर, मन बच कर्म विचार। केवल एक शरण स्वामी बिन याओ नह कतहे उधार। एक वाहिगुरू दी शरण तो बिना, एक अकाल दी शरण तो बिना इस तरह तेरा कदे भी पार उतारा नहीं होना। अकाल दी पूजा करेंगा ते तां तेरा पार उतारा। सतगुरु ने सानू अकाल दी पूजा नाल जोड़िया है, असी काल नाल जुड़ गए हैं। ध्यान देना, ये काल दे अधीन ने सारे जीव, ये काल रूप ने भाव समय दी पकड़ विच ने। असी पूजा करन लग पे कबरां दी, मड़ियां दी, बंदियां दी, पर पातशाह कहंदे नहीं पूजा अकाल की। परचा शब्द का, परचा शब्द का की है, भरोसा शब्द ते रखना है, ज्ञान शब्द दा लेना है, तसल्ली शब्द ते रखनी है, टिका शब्द ते बनाउणा है, तां खेड बनेगी। मैं अखीरला बचन तुहाडे सन्मुख रख देवां। तीजा बचन है कि गुरु प्यार वालिओ दीदार खालसे दा। इत्थे मैनूं एक बचन चेते आ गया भाई गुरदास जी दा, बड़ा सुंदर बचन है। ਉਹਦੇ ਵਿੱਚ ਭਾਈ ਸਾਹਿਬ ਜੀ ਲਿਖਦੇ ਨੇ ਕਿ ਵਿਨ ਗੁਰ ਹੋਰ ਧਿਆਨ ਹੈ। ਧਿਆਨ ਦੇਣਾ, ਵਿਨ ਗੁਰ ਹੋਰ ਧਿਆਨ ਹੈ ਸਭ ਦੂਜਾ ਭਾਉ। ਕਹਿੰਦੇ ਗੁਰੂ ਤੋਂ ਬਿਨਾ ਜਿਹੜਾ ਕਿਸੇ ਹੋਰ ਦਾ ਧਿਆਨ ਧਾਰਨਾ ਹੈ ਇਹ ਸਭ ਦ્વੈਤ ਭਾਉ ਹੈ। ਦੂਜਾ ਪ੍ਰੇਮ ਹੈ ਰੱਬ ਤੋਂ ਛੁੱਟ ਦੂਜੇ ਪਾਸੇ ਦਾ ਪ੍ਰੇਮ ਹੈ। ਅਗਲਾ ਵਿਨ ਗੁਰ ਸ਼ਬਦ ਗਿਆਨ ਹੈ ਫਿੱਕਾ ਅਲਾਓ। ਕਹਿੰਦੇ ਗੁਰੂ ਦੇ ਸ਼ਬਦ ਤੋਂ ਬਿਨਾ ਜਿਹੜਾ ਗਿਆਨ ਹੈ वो फिक्का बोलना है, उस ज्ञान का कोई लाभ नहीं, जिन्नियां मर्जी गल्लां कर लो कख नहीं पल्ले पवे। ध्यान देना, विन गुर शब्द ज्ञान है फिक्का आ लाओ। ते अगला बचन कीता है विन गुर चरना पूजना सब कूड़ा सुआओ। गुरु दे चरना तो बिना जिहड़ी होर पासे दी पूजा करनी है वो सब झूठा ही स्वार्थ है, झूठा ही स्वाद है, इस तो वध कुछ नहीं। विन गुर चरना पूजना सब कूड़ा सुआओ। विन गुर बचन जो मनना ऊरा प्रथाओ। कहते गुरु तो बिना जिहड़ा बचन मनना है वो खाली भांडा ही है, खड़कना ही है, होर ते कुछ भी प्राप्त नहीं होना। ते साध संगत दिन संग है सब कच्चा चाओ, पीर मुरीदां पिरहड़े जिन जानन दाओ। पातशाह कहते ने गुरु की संगत तो बिना जिहड़ा होर पासे मड़ियां मसाणा ते जाण वालियां दा संग है, पखंडियां दा संग जिहड़ा है पातशाह कहते एक कच्चा ही चाह है, कच्ची भावना, इहदे नाल कख भी प्राप्त नहीं होना। असल विच गुरु दे नाल जिहड़ी प्रीति पाउणी ये सच्ची है। ते इत्थे आ करके जिंदगी दा दाओ, जिंदगी दा जीवन दा दाओ जिहड़ा वो जित जाईदा है, भाव के जीवन जित करके संसार तो जाईदा। ध्यान देना, इस बचन नूं समझिओ, अकाल दी पूजा नाल जोड़िया है। मैं एक शब्द तुहानूं गुरु के इतिहास विचों सुना देवां, इस बचन वाल ध्यान दिओ। गुरु का इतिहास पढ़ते हैं आपां ते मेरा सुभाव है कि मैं वो इतिहास संगत सामने रखण दा ज़्यादा शौकीन हाँ जिहड़ा कदे ना सुनिया होवे। ध्यान देना, ये मेरे मन अंदर जिहड़ा है ऐसा प्यार गुरु ने जगाया है, मैं वो यतन करदा भी जिहड़ा प्रसंग ना सुनिया होवे वो तुहाडे सन्मुख रखां। धन गुरु हरगोबिंद साहिब महाराज के जीवन विचों एक घटना आउंदी है कि गुरु प्यार वालिओ एक रणिया नाव दा डाकू सी, धाड़वी सी। वो लोकां नूं लुੱਟਦਾ सी, मोढे ते उहने कुहाड़ा रखिया हुंदा सी, लोग उहदे तों डरदे कंबदे हुंदे सी। बाजार विच दी लंघना, मठियाइयां दीयां दुकानां वाले उठ के हाथ जोड़ के खड़े हो जांदे सी, डब्बे अगे कर दिंदे सी ते वो जितों मर्जी छक लवे, जो मर्जी लुੱਟ लवे, किसी दी जुरत नहीं सी पैंदी उहनूं रोक सके। ध्यान देना गुरु प्यार वालिओ, वो रणिया नाव दा जिहड़ा डाकू सी एक दिन वो विचरदा रहा तो वो हथ माल मट्टा कोई ना लगा। दिन चढ़िया है, विद्वान लिखते ने कि वो जंगल वाल तुर पिया
ਉਧਰੋਂ ਖੇਤਾਂ ਦੇ ਵਿੱਚੋਂ ਇੱਕ ਸੁਆਣੀ ਜਿਹੜੀ ਸੀ ਉਹ ਵਾਪਸ ਘਰ ਨੂੰ ਆ ਰਹੀ ਸੀ। ਧਿਆਨ ਦੇਣਾ, ਉਹ ਚੰਗੇ ਘਰ ਦੀ ਸੀ, ਉਹਨੇ ਗਹਿਣੇ ਗੰਟੇ ਵਾਵਾ ਸਰੀਰ ਤੇ ਪਹਿਨੇ ਹੋਏ ਸੀ। ਇਹਦੇ ਮਨ ਵਿੱਚ ਆਇਆ ਕਿ ਮੈਂ ਇਸ ਨੂੰ ਲੁੱਟ ਲਵਾਂ। ਉਹ ਸਰੀਰ ਦੀ ਵੀ ਤਗੜੀ ਸੀ, ਵਿਦਵਾਨਾਂ ਨੇ ਲਿਖਿਆ। ਇਹਨੇ ਕੁਹਾੜੀ ਤਾਂ ਨਾ ਚਲਾਈ, ਜਾ ਕੇ ਹੱਥੋਂ ਪੈ ਗਿਆ ਗਹਿਣੇ ਖੋਣ ਵਾਸਤੇ, ਤੇ ਬੀਬੀ ਵੀ ਜ਼ੋਰ ਵਾਲੀ ਸੀ, ਹੱਥੋਂ ਪਾਈ ਹੋ ਗਈ। ਧਿਆਨ ਦੇਣਾ, ਇਹ ਗਹਿਣੇ ਲਾਉਣ ਦਾ ਯਤਨ ਉਹ ਆਪਣੀ ਇੱਜ਼ਤ ਤੇ ਆਪਣੇ ਗਹਿਣਿਆਂ ਨੂੰ ਬਚਾਉਣ ਵਾਸਤੇ ਘੁਲਦੀ ਰਹੀ। ਇਹ ਔਰਤ ਦੀ ਛਾਤੀ ਤੇ ਬੈਠ ਗਿਆ ਤੇ ਕਹਿਣ ਲੱਗਾ ਏ ਮੈਂ ਗਹਿਣੇ ਛੱਡਨੇ ਨਹੀਂ, ਭਾਵੇਂ ਤੈਨੂੰ ਮਾਰ ਕੇ ਲੈ ਕੇ ਜਾਣਾ ਪਵੇ। ਕਹਿੰਦੇ ਜਦੋਂ ਉਹਦੇ ਗਲ ਦੇ ਵਿੱਚ ਹੱਥ ਪਾਇਆ ਨਾ ਗਹਿਣੇ ਲਾਉਣ ਵਾਸਤੇ, ਇੱਕ ਸ਼ੂਕਦਾ ਹੋਇਆ ਤੀਰ ਆਇਆ, ਇਹਦੇ ਕੰਨ ਦੇ ਕੋਲ ਦੀ ਛਾਂ ਕਰਦਾ ਜਾ ਕੇ ਧਰਤੀ ਵਿੱਚ ਗੱਡਿਆ ਗਿਆ। ਇਹਨੂੰ ਗਹਿਣੇ ਲਾਉਣੇ ਭੁੱਲ ਗਏ। ਸੋਚਦਾ ਵੀ ਇੱਥੇ ਤਾਂ ਹੈ ਕੋਈ ਨਹੀਂ, ਇਹ ਤੀਰ ਕਿੱਥੋਂ ਆ ਗਿਆ ਹੈ। ਅਜੇ ਇੰਨਾ ਸੋਚਦਾ ਪਿਆ ਸੀ, ਦੂਜਾ ਤੀਰ ਦੂਜੇ ਕੰਨ ਦੇ ਲਾਗੋਂ ਦੀ ਲੰਘਿਆ ਤੇ ਧਰਤੀ ਵਿੱਚ ਗੱਡਿਆ ਗਿਆ। ਔਰਤ ਨੂੰ ਛੱਡ ਕਰਕੇ ਉਸ ਵੇਲੇ ਡਰਦਾ ਹੋਇਆ ਇਹ ਭੱਜ ਉੱਠਿਆ। ਵਿਦਵਾਨ ਕਹਿੰਦੇ ਨੇ ਕਿ ਜਦੋਂ ਔਰਤ ਵੀ ਆਪਣੇ ਆਪ ਨੂੰ ਸੰਭਾਲ ਕਰਕੇ ਭੱਜਣ ਲੱਗੀ ਹੈ ਕਿ ਹੁਣ ਮੈਂ ਇਹਦੇ ਤੋਂ ਛੁੱਟ ਗਈ ਹਾਂ ਤੇ ਆਪਣਾ ਬਚਾਅ ਕਰਾਂ, ਥੋੜੀ ਦੂਰ ਗਈ ਤੇ ਪਿੱਛੋਂ ਆਵਾਜ਼ ਆਈ, ਪੁੱਤਰੀ ਡਰ ਨਾ, ਅਸੀਂ ਤੇਰੀ ਪੱਤ ਰੱਖਣ ਵਾਸਤੇ ਆ ਗਏ। ਪਿੱਛੇ ਭੌਂ ਕੇ ਵੇਖਿਆ ਤੇ ਘੋੜੇ ਤੇ ਅਸਵਾਰ, ਚਿੱਟੇ ਘੋੜੇ ਤੇ ਅਸਵਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਤੇ ਉਸ ਵੇਲੇ ਦੂਰੋਂ ਚਿਹਰਾ ਜਿਹੜਾ ਦਗ ਦਗ ਕਰਦਾ ਪਿਆ ਹੈ। ਬੀਬੀ ਦੌੜ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਈ, ਮੱਥਾ ਟੇਕਿਆ ਹੈ। ਮਹਾਰਾਜ ਕਹਿੰਦੇ ਧੀਏ ਡਰ ਨਾ, ਤੇਰੀ ਪੱਤ ਰੱਖਣ ਵਾਸਤੇ ਅਸੀਂ ਚੱਲ ਕਰਕੇ ਆਏ। ਹੁਣ ਦੂਰੋਂ ਦੇਖਿਆ ਰਣੀਏ ਨੇ, ਅੰਦਰੋਂ ਕੰਬ ਗਿਆ। ਉਹਨੂੰ ਇਹ ਨਹੀਂ ਪਤਾ ਕਿ ਇਹ ਗੁਰੂ ਹਰਗੋਬਿੰਦ ਸਾਹਿਬ ਹੈ। ਉਹਨੇ ਸੋਚਿਆ ਕੋਈ ਬਾਦਸ਼ਾਹ ਆ ਗਿਆ ਹੈ ਜਾਂ ਕੋਈ ਸਰਕਾਰੀ ਅਫਸਰ ਆ ਗਿਆ ਹੈ, ਮੈਂ ਫੜਿਆ ਨਾ ਜਾਵਾਂ। ਆਪਣੀ ਗੰਡਾਸੀ ਛੁੱਟ ਗਿਆ ਹੈ, ਸਤਿਗੁਰਾਂ ਦਾ ਤੀਰ ਲੈ ਗਿਆ ਹੈ। ਤੀਰ ਇਹਨੇ ਛਾਤੀ ਨਾਲ ਲਾਇਆ ਹੈ ਤੇ ਤੀਰ ਵੀ ਜਦੋਂ ਛਾਤੀ ਨਾਲ ਲੱਗਾ ਨਾ ਸਤਿਗੁਰਾਂ ਦਾ, ਇਹਦੇ ਅੰਦਰ ਨੂੰ ਠੰਡ ਪਈ। ਇਸ ਨੇ ਤੀਰ ਨੂੰ ਚੁੰਮਿਆ ਹੈ, ਇਹਦੇ ਅੰਦਰ ਸੰਤੋਖ ਆਇਆ ਹੈ, ਇਹਦੇ ਅੰਦਰੋਂ ਭੈੜੀਆਂ ਆਦਤਾਂ ਬਾਹਰ ਨਿਕਲ ਗਈਆਂ ਨੇ, ਇਹਦੇ ਅੰਦਰੋਂ ਚੋਰੀ ਦੇ ਖਿਆਲ ਖਤਮ ਹੋਣ ਲੱਗੇ ਨੇ। ਕਹਿੰਦੇ ਨੇ ਉਸ ਤੀਰ ਨੇ ਹੀ ਇੰਨੀ ਕੁ ਬਖਸ਼ਿਸ਼ ਕਰ ਦਿੱਤੀ ਹੈ, ਇਹ ਚੋਰੀਆਂ ਛੱਡ ਦਿੱਤੀਆਂ, ਬਸਤਰ ਲਾ ਦਿੱਤੇ ਨੇ, ਕੇਵਲ ਤੇੜ ਲੰਗੋਟ ਬਣ ਲਿਆ ਹੈ ਤੇ ਇਹ ਸਾਧੂ ਬਣ ਗਿਆ। ਇਸ ਨੇ ਗੋਹਿਆਂ ਦੀ ਸੁਆਹ ਸਰੀਰ ਤੇ ਮਲ ਲੈਣਾ ਕੀਤੀ ਹੈ। ਭਟਕਦਾ ਰਿਹਾ ਸਾਧੂਆਂ ਦੀ ਮੰਡਲੀ ਵਿੱਚ। ਕਹਿੰਦੇ ਫਿਰ ਇਹ ਸ਼ਿਵਜੀ ਦਾ ਭਗਤ ਬਣ ਗਿਆ, ਸ਼ਿਵਲਿੰਗ ਦੀ ਪੂਜਾ ਕਰਨ ਲੱਗ ਪਿਆ। ਕਹਿੰਦੇ 2 ਸਾਲ ਲੰਘ ਗਏ, ਭਟਕਦਾ ਹੋਇਆ ਅੰਮ੍ਰਿਤਸਰ ਦੀ ਧਰਤੀ ਤੇ ਆ ਗਿਆ ਹੈ, ਸ਼ਿਵਲਿੰਗ ਦੀ ਪੂਜਾ ਕਰਦਾ ਪਿਆ ਹੈ। ਅਤੇ ਇਹਦੇ ਅੰਦਰ ਨੂੰ ਟਿਕਾ ਨਹੀਂ। ਮੇਰੇ ਪਾਤਸ਼ਾਹ ਘੋੜੇ ਤੇ ਚੜੇ ਚੜਾਏ ਆਏ, ਇਹਦੀ ਪਿੱਠ ਪਿੱਛੇ ਆ ਖਲੋਤੇ, ਕਹਿਣ ਲੱਗੇ ਰਣੀਆਂ ਤੈਨੂੰ ਇਸ ਕਰਕੇ ਚੋਰੀਆਂ ਛਡਾਈਆਂ ਸੀ, ਤੈਨੂੰ ਇਸ ਕਰਕੇ ਡਾਕੇ ਛਡਾਏ ਸੀ ਕਿ ਤੂੰ ਪੱਥਰਾਂ ਦੀ ਪੂਜਾ ਕਰਨ ਲੱਗ ਪਏ, ਤੂੰ ਸ਼ਿਵਲਿੰਗ ਦੀ ਪੂਜਾ ਕਰਨ ਲੱਗ ਪਏ। ਨਹੀਂ, ਤੈਨੂੰ ਤਾਂ ਅਕਾਲ ਦੀ ਪੂਜਾ ਕਰਨ ਵਾਸਤੇ ਅਸੀਂ ਇਸ ਪਾਸਿਓਂ ਹਟਾਇਆ ਸੀ, ਤੂੰ ਫਿਰ ਅਕਾਲ ਦੀ ਪੂਜਾ 'ਚ ਜੁੜ ਗਿਆ ਹੈ। ਜਦੋਂ ਪਿੱਛੇ ਮੁੜ ਕੇ ਦੇਖਿਆ ਇਹ ਤਾਂ ਉਹੀ ਨੇ ਜਿਨ੍ਹਾਂ ਨੂੰ ਮੈਂ ਕੋਈ ਰਾਜਾ ਸਮਝ ਬੈਠਾ ਸੀ, ਜਿਨ੍ਹਾਂ ਨੂੰ ਮੈਂ ਕੋਈ ਸਰਕਾਰੀ ਅਫਸਰ ਸਮਝ ਬੈਠਾ ਸੀ। ਉੱਠ ਕੇ ਖੜਾ ਹੋਇਆ, ਚਰਨ ਫੜ ਲਏ, ਦਾਤਾ ਮੈਨੂੰ ਨਹੀਂ ਪਤਾ ਮੈਂ ਕਿਹਦੀ ਪੂਜਾ ਕਰਨੀ, ਤੂੰ ਕਿਰਪਾ ਕਰ ਤੇ ਮੈਨੂੰ ਅਸਲੀ ਪੂਜਾ ਵਿੱਚ ਜੋੜ ਦੇ। ਮੇਰੇ ਪਾਤਸ਼ਾਹ ਨੇ ਉਹਨੂੰ ਪੱਥਰ ਪੂਜਾ ਤੋਂ ਹਟਾ ਕਰਕੇ ਅਕਾਲ ਦੀ ਪੂਜਾ ਵਿੱਚ ਜੋੜਿਆ, ਕਿਉਂਕਿ ਗੁਰਮਤਿ ਦਾ ਸਿਧਾਂਤ ਹੀ ਪੂਜਾ ਅਕਾਲ ਕੀ, ਪੂਜਾ ਅਕਾਲ ਦੀ ਵਿੱਚ ਜੋੜ ਦਿੱਤਾ। ਉਸ ਰਣੀਏ ਦਾ ਅੱਜ ਵੀ ਜੀਵਨ ਪੜ੍ਹ ਕੇ ਵੇਖੋ, ਹੋਰ ਵੀ ਘਟਨਾਵਾਂ ਹੈਗੀਆਂ ਨੇ, ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਉਹ ਰਣੀਆ ਬ੍ਰਹਮ ਗਿਆਨੀ ਗੁਰੂ ਕਾ ਸਿੱਖ ਬਣਿਆ ਤੇ ਅੰਤ ਨੂੰ ਗੁਰੂ ਚਰਨਾਂ ਵਿੱਚ ਲੀਨ ਹੋਇਆ। ਜਿਹਨੂੰ ਪਹਿਲਾਂ ਡਾਕੇ ਧਾੜਵੀਆਂ ਵੱਲੋਂ ਹਟਾਇਆ, ਚੋਰੀਆਂ ਵੱਲੋਂ ਹਟਾਇਆ, ਪਰ ਉਹ ਫਿਰ ਗਲਤ ਪਾਸੇ ਚਲਾ ਗਿਆ ਸੀ, ਪੂਜਾ ਗਲਤ। ਪਰ ਪਾਤਸ਼ਾਹ ਨੇ ਆਖਿਆ ਨਹੀਂ, ਅਕਾਲ ਦੀ ਪੂਜਾ ਕਰਨੀ। ਤੀਸਰਾ ਸ਼ਬਦ ਕਹਿ ਕੇ ਮੈਂ ਸਮਾਪਤੀ ਕਰਨ ਲੱਗਾ। ਮੈਂ 4-5 ਮਿੰਟ ਲੈਣੇ, ਮੈਂ ਪਹਿਲਾਂ ਹੀ ਮਾਫੀ ਮੰਗ ਲਵਾਂ, ਧਿਆਨ ਦੇਣਾ, ਮੈਂ ਸਮਾਪਤੀ ਕਰ ਦੇਣੀ, ਜ਼ਿਆਦਾ ਸਮਾਂ ਨਹੀਂ ਲੈਣਾ। ਅਖੀਰਲਾ ਬਚਨ ਹੈ ਦੀਦਾਰ ਖਾਲਸੇ ਦਾ, ਧਿਆਨ ਦੇਣ। ਤੀਜਾ ਬਚਨ ਦੀਦਾਰ ਖਾਲਸੇ ਦਾ। ਦੀਦਾਰ ਦਾ ਅਰਥ ਹੈ ਦਰਸ਼ਨ। ਦਰਸ਼ਨ ਅਸੀਂ ਖਾਲਸੇ ਦਾ ਕਰਨਾ ਹੈ। ਸ੍ਰੀ ਸਰਬਲੋ ਗ੍ਰੰਥ ਅਸੀਂ ਜਦੋਂ ਪੜ੍ਹਦੇ ਹਾਂ ਨਾ, ਕਲਗੀਧਰ ਪਾਤਸ਼ਾਹ ਦਾ ਲਿਖਿਆ ਹੋਇਆ, ਬਹੁਤਿਆਂ ਨੂੰ ਪਤਾ ਨਹੀਂ ਹੋਵੇਗਾ, ਕੁਝ ਗੁਰਮੁਖਾਂ ਨੂੰ ਪਤਾ ਹੋਵੇਗਾ। ਸ੍ਰੀ ਦਸਮ ਗ੍ਰੰਥ ਸਾਹਿਬ ਵੀ ਕਲਗੀਧਰ ਪਾਤਸ਼ਾਹ ਦਾ। ਮੂਰਖ ਲੋਕ ਕਿੰਤੂ ਪਰੰਤੂ ਵੀ ਕਰਦੇ ਨੇ, ਜਿਨ੍ਹਾਂ ਨੇ ਉਸ ਨੂੰ ਸਮਝਿਆ ਨਹੀਂ, ਪੜ੍ਹਿਆ ਨਹੀਂ, ਕਿੰਤੂ ਪਰੰਤੂ ਕਰ ਦਿੰਦੇ ਨੇ। ਪਰ ਗੁਰਮੁਖੋ ਜਦੋਂ ਉਹਨੂੰ ਪੜ੍ਹੀਏ ਤੇ ਫਿਰ ਪਤਾ ਲੱਗਦਾ ਕਿ ਕਿੰਨੀ ਕੁ ਵੱਡੀ ਦਾਤ ਹੈ ਤੇ ਕਿੰਨੀ ਕੁ ਵੱਡੀ ਬਖਸ਼ਿਸ਼ ਹੈ।
ਕਿਉਂਕਿ ਬਿਨਾਂ ਪੜ੍ਹਨ ਤੋਂ ਕਿੰਤੂ ਪਰੰਤੂ ਕਰਨ ਵਾਲੇ ਬੜੇ ਆ। ਮਸਕੀਨ ਜੀ ਵੀ ਦੱਸਿਆ ਕਰਦੇ ਸਨ, ਮੇਰੇ ਕੋਲ ਵੀ ਇੱਕ ਆ ਗਿਆ ਸੀ, ਕਹਿਣ ਲੱਗਾ ਜੀ ਦਸਮ ਗ੍ਰੰਥ ਗੁਰੂ ਕੀ ਬਾਣੀ ਨੇ। ਮਸਕੀਨ ਜੀ ਕਹਿੰਦੇ ਤੂੰ ਪੜ੍ਹਿਆ? ਕਹਿੰਦਾ ਜੀ ਨਹੀਂ। ਮਸਕੀਨ ਜੀ ਕਹਿੰਦੇ ਵੇਖਿਆ? ਕਹਿੰਦਾ ਨਹੀਂ। ਮਸਕੀਨ ਜੀ ਕਹਿੰਦਾ ਫਿਰ ਜਾ ਘਰ ਜਾ ਕੇ ਬਹਿ, ਪਹਿਲਾਂ ਪੜ੍ਹ ਤੇ ਪਹਿਲਾਂ ਉਹਦੇ ਦਰਸ਼ਨ ਕਰ, ਫਿਰ ਮੇਰੇ ਕੋਲ ਆ ਜਾ। ਇਹੋ ਜਿਹੇ ਲੋਕ ਵੀ ਜਿਨ੍ਹਾਂ ਨੇ ਦਰਸ਼ਨ ਵੀ ਨਹੀਂ ਕੀਤੇ ਅਜੇ ਤੱਕ, ਪੜ੍ਹਿਆ ਵੀ ਨਹੀਂ ਤੇ ਕਿੰਤੂ ਪਰੰਤੂ ਕਰਨਗੇ। ਰਹੋ ਵਿਚਾਰ। ਇਸੇ ਤਰ੍ਹਾਂ ਸ੍ਰੀ ਸਰਬ ਲੋਕ ਗ੍ਰੰਥ ਸਾਹਿਬ ਹੈ, ਉਹਦੇ ਵਿੱਚ ਵੀ ਗੁਰੂ ਪਿਆਰ ਵਾਲਿਓ ਕਲਗੀਧਰ ਪਾਤਸ਼ਾਹ ਦੇ ਬੜੇ ਅਮੋਲਕ ਬਚਨ, 497 ਅੰਗ ਤੇ ਇੱਕ ਬਚਨ ਪਾਤਸ਼ਾਹ ਨੇ ਖਾਲਸੇ ਪਰਤਾਏ ਲਿਖਿਆ ਵੀ ਦਰਸ਼ਨ ਖਾਲਸੇ ਦਾ ਕਰਨਾ, ਦੀਦਾਰ ਖਾਲਸੇ ਦਾ ਕਰਨਾ ਹੈ। ਮੈਂ 4 ਪੰਕਤੀਆਂ ਤੁਹਾਡੇ ਸਨਮੁਖ ਰੱਖਣੀਆਂ। ਪਾਤਸ਼ਾਹ ਫਰਮਾਉਂਦੇ ਨੇ, ਪਾਵਨ ਪੰਥ ਖਾਲਸਾ ਹੈ ਪ੍ਰਗਟਿਓ, 4 ਵਰਨ ਆਸ਼ਰਮ ਸ਼ੁਭ ਪੰਥਾ, ਇਨ ਕੋ ਦਰਸ ਸਤਿਗੁਰ ਕੋ ਦਰਸ। ਧਿਆਨ ਦੇਣਾ, ਕਹਿੰਦੇ ਪਾਵਨ ਪੰਥ ਖਾਲਸਾ ਹੈ ਪ੍ਰਗਟਿਓ, ਪਵਿੱਤਰ ਪੰਥ ਖਾਲਸੇ ਦਾ ਪ੍ਰਗਟ ਹੋਇਆ, ਕਲਗੀਧਰ ਪਾਤਸ਼ਾਹ ਨੇ ਪ੍ਰਗਟ ਕੀਤਾ। 4 ਵਰਨ ਆਸ਼ਰਮ ਸ਼ੁਭ ਪੰਥਾ, 4 ਵਰਨਾਂ ਵਿੱਚੋਂ ਹੀ ਲੋਕ ਖਾਲਸੇ 'ਚ ਆਏ ਨਾ, ਸ਼ੁਭ ਪੰਥ ਵਿੱਚ ਚੱਲੇ ਹਨ। ਪਹਿਲਾਂ ਤੇ 4 ਵਰਨ ਹੀ ਚੱਲਦੇ ਸੀ, ਉਹਨਾਂ ਵਰਨਾਂ ਵਿੱਚੋਂ ਖਾਲਸੇ ਵਿੱਚ ਪੈਦਾ ਹੋਏ, ਖਾਲਸੇ ਬਣੇ। ਅੱਗੇ ਬਚਨ ਕਰਦੇ ਨੇ ਕਲਗੀਧਰ ਪਾਤਸ਼ਾਹ, ਇਨ ਕੋ ਦਰਸ ਭਾਵ ਖਾਲਸੇ ਦਾ ਦਰਸ਼ਨ, ਸਤਿਗੁਰ ਕੋ ਦਰਸ਼ਨ। ਮਾਰੇ ਕਹਿੰਦੇ ਇਨ ਕੋ ਦਰਸ ਖਾਲ ਸਤਿਗੁਰ ਕੋ ਦਰਸ਼ਨ। ਖਾਲਸੇ ਦਾ ਦਰਸ਼ਨ ਕੀ ਹੈ? ਸਤਿਗੁਰੂ ਦਾ ਦਰਸ਼ਨ ਕੀ ਹੈ? ਖਾਲਸੇ ਦਾ ਦਰਸ਼ਨ ਕਰਨਾ ਹੀ ਸਤਿਗੁਰੂ ਦਾ ਦਰਸ਼ਨ। ਇਨ ਕੋ ਦਰਸ਼ ਖਾਲ ਸਤਿਗੁਰ ਕੋ ਦਰਸ਼ਨ, ਬੋਲਣ ਗੁਰੂ ਸ਼ਬਦ ਗੁਰ ਗ੍ਰੰਥਾ। ਕਹਿੰਦੇ ਜੇ ਗੁਰੂ ਨਾਲ ਬੋਲਣਾ ਹੈ, ਗੱਲਾਂ ਕਰਨੀਆਂ, ਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੜ੍ਹ ਲਓ, ਇਹ ਗੁਰੂ ਨਾਲ ਬਚਨ ਹੋਣਗੇ। ਬੋਲਣ ਗੁਰੂ ਸ਼ਬਦ ਗੁਰ ਗ੍ਰੰਥਾ। ਤੇ ਅਗਲਾ ਬਚਨ, ਦੁਆਦਸ ਰੂਪ ਸਤਿਗੁਰ ਏ ਕਹੀਅਤ। 12 ਰੂਪ, 10 ਪਾਤਸ਼ਾਹੀਆਂ, 11ਵਾਂ ਸਰੂਪ ਗੁਰੂ ਗ੍ਰੰਥ ਸਾਹਿਬ ਜੀ। ਕਹਿੰਦੇ 12ਵਾਂ ਖਾਲਸਾ ਹੈ। ਧਿਆਨ ਦੇਣਾ, ਦੁਆਦਸ ਰੂਪ ਸਤਿਗੁਰ ਏ ਕਹੀਅਤ, ਦੁਆਦਸ ਭਾਣ। ਕਹਿੰਦੇ ਨੇ ਦੁਆਦਸ ਭਾਣ ਪ੍ਰਗਟ ਹਰ ਸੰਤਾ। ਤੇ ਅਗਲਾ ਬਚਨ ਹੈ ਕਿ ਪ੍ਰਤਾਖੇ ਕਲਾ ਪਾਰ ਬ੍ਰਹਮ ਧਨੀਸ਼ੈ, ਗ੍ਰੰਥ ਪੰਥ ਖਾਲਸ ਵਰਤੰਤਾ। ਕਹਿੰਦੇ ਇਹ ਖਾਲਸੇ ਦਾ ਰੂਪ ਹੈ। ਹੁਣ ਸਵਾਲ ਤੇ ਉੱਠਦਾ, ਜਿਹੜੇ ਖਾਲਸੇ ਦਾ ਦਰਸ਼ਨ ਕਰਨਾ, ਕਿ ਉਹ ਖਾਲਸਾ ਹੈਗਾ? ਕਿ ਅਸੀਂ ਉਹ ਖਾਲਸੇ ਬਣੇ? ਪਾਤਸ਼ਾਹ ਨੇ ਬਚਨ ਕੀਤਾ ਹੈ ਕਿ ਸੋਈ ਸਿੰਘ ਪ੍ਰਧਾਨ। ਧਿਆਨ ਦੇਣਾ, ਪ੍ਰਥਮ ਰਹਿਤ ਜਹ ਜਾਨ ਖੰਡੇ ਕੀ ਪਾਹੁਲ ਛਕੇ, ਸੋਈ ਸਿੰਘ ਪ੍ਰਧਾਨ ਅਵਰ ਨ ਪਾਹਲ ਜੋ ਲਏ। ਕਹਿੰਦੇ ਨੇ ਉਹ ਖਾਲਸਾ ਹੈ ਜਿਨੇ ਖੰਡੇ ਦਾ ਅੰਮ੍ਰਿਤ ਛਕਿਆ ਹੈ, ਉਹੀ ਸਿੰਘ ਮੁਖੀ ਹੈ ਜਿਹੜਾ ਹੋਰ ਪਾਹੁਲ ਨਹੀਂ ਲੈਂਦਾ। ਤੇ ਅੱਗੇ ਪਾਤਸ਼ਾਹ ਨੇ ਇਹ ਬਚਨ ਕਿਹਾ ਸੀ ਕਿ 5 ਸਿੰਘ ਅੰਮ੍ਰਿਤ ਜੋ ਦੇਵੈ, ਤਾ ਕੋ ਸਿਰ ਧਰ ਛਕ ਪੁਨ ਲੇਵੈ। ਪੁਨ ਮਿਲ ਪੰਚੋ ਰਹਿਤ ਜੋ ਭਾਖੈ, ਤਾ ਕੋ ਮਨ ਮੈਂ ਦ੍ਰਿੜ ਕਰ ਰਾਖੈ। 5 ਪਿਆਰੇ ਜੋ ਅੰਮ੍ਰਿਤ ਦਿੰਦੇ ਨੇ, ਉਹਦੇ ਤੇ ਕਿੰਤੂ ਨਾ ਕਰੇ ਵੀ ਇਹ ਕੀ ਛਕਣ ਦੀ ਲੋੜ ਆ ਜੀ, ਇਹਦੀ ਕੀ ਲੋੜ ਹੈ, ਸਾਡਾ ਅੰਦਰ ਸਾਫ਼ ਜੀ, ਅਸੀਂ ਬੜੇ ਚੰਗੇ ਆ। ਮਹਾਰਾਜ ਕਹਿੰਦੇ ਨਹੀਂ, ਤਾ ਕੋ ਛਕ, ਤਾ ਕੋ ਸਿਰ ਧਰ ਛਕ ਪੁਣ ਲੇਵੈ। ਉਹਨੂੰ ਸਿਰ ਮੱਥੇ ਪ੍ਰਵਾਨ ਕਰਕੇ ਛਕ ਲਵੇ। ਪੁਣ ਮਿਲ ਪੰਚੋ ਰਹਿਤ ਜੋ ਭਾਖੈ, ਤਾ ਕੋ ਮਨ ਮੈਂ ਦ੍ਰਿੜ ਕਰ ਰਾਖੈ। ਫਿਰ 5 ਪਿਆਰੇ ਜੋ ਰਹਿਤ ਦੱਸਣ, ਉਹਨੂੰ ਮਨ ਦੇ ਵਿੱਚ ਪੱਕਾ ਕਰਕੇ ਧਾਰਨ ਕਰਨਾ ਕਰੇ। ਤੇ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਰਹਿਤ ਬਿਨਾ ਨਾ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਰਹਿਤ ਬਿਨਾ ਸੁਖ ਕਬਹੂ ਨਾ ਲਹੈ, ਤਾ ਕਰ ਰਹਿਤ ਸੋ ਦ੍ਰਿੜ ਕਰ ਰਹਿ। ਮਾਰੇ ਕਹਿੰਦੇ ਰਹਿਤ ਤੋਂ ਬਿਨਾ ਸੁੱਖ ਨਹੀਂ, ਜਿੰਨਾ ਚਿਰ ਰਹਿਤ ਵਿੱਚ ਨਹੀਂ ਉਹਨਾਂ ਚਿਰ ਖਾਲਸਾ ਨਹੀਂ। ਭਾਵੇਂ ਕਕਾਰ ਪੈਨੇ ਆ ਫਿਰ ਵੀ ਖਾਲਸਾ ਨਹੀਂਗਾ। ਧਿਆਨ ਦੇਣਾ, ਰਹਿਤ ਵੀ ਨਾਲ ਹੈ। ਰਹਿਤ ਨੂੰ ਮੇਰੇ ਪਾਤਸ਼ਾਹ ਨੇ ਪਿਆਰ ਕੀਤਾ। ਕਈ ਵਾਰ ਕਕਾਰ ਧਾਰੀ ਬੜੇ ਨੇ ਜਿਹੜੇ ਕਬਰਾਂ ਤੇ ਮੱਥੇ ਟੇਕਦੇ, ਉਹਨੂੰ ਖਾਲਸਾ ਕਿਵੇਂ ਕਹੋ? ਖਾਲਸੇ ਦਾ ਅਰਥ ਹੈ ਸ਼ੁੱਧ, ਪਵਿੱਤਰ। ਜਿਹੜਾ ਪਵਿੱਤਰ ਹੋ ਗਿਆ ਹੈ, ਪਾਤਸ਼ਾਹ ਨੇ ਇਹ ਬਚਨ ਕਹੇ ਨੇ, ਗੁਰੂ ਦਰਸ਼ ਜਿਹ ਦੇਖਣਾ ਸ੍ਰੀ ਗ੍ਰੰਥ ਦਰਸਾਏ, ਬਾਤਾਂ ਕਰ ਗੁਰ ਸੋ ਚਾਹੇ, ਪੜ੍ਹੇ ਗ੍ਰੰਥ ਮਨ ਲਾਏ। ਕਹਿੰਦੇ ਮੇਰੇ ਦਰਸ਼ਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੋਣਗੇ। ਪਾਤਸ਼ਾਹ ਕਹਿੰਦੇ ਮੇਰੇ ਦਰਸ਼ਨ ਖਾਲਸੇ ਵਿੱਚੋਂ ਹੋਣਗੇ। ਜਿਹੜਾ ਖਾਲਸਾ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੋਵੇਗਾ, ਜਿਹੜਾ ਖਾਲਸਾ ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨਾਇਕ ਨ ਆਨੈ, ਪੂਰਨ ਪ੍ਰੇਮ ਪ੍ਰੀਤ ਸਜੈ। ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ।
ਤੇ ਅਗਲਾ ਬਚਨ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਣੈ। ਉਹ ਨਖਾਲਸ ਹੈ, ਉਹ ਸਭ ਤੋਂ ਪਵਿੱਤਰ ਹੈ। ਖਾਲਸੇ ਦਾ ਅਰਥ ਹੈ ਪਿਓਰਿਟੀ ਦਾ ਵਾਚਕ, ਜਿਹਦੇ ਵਿੱਚ ਕੋਈ ਮਿਲਾਵਟ ਨਾ ਹੋਵੇ। ਤੇ ਜਿਹੜਾ ਕਬਰਾਂ ਧਾਗਿਆਂ ਵਾਲਿਆਂ ਤੇ ਤੁਰਿਆ ਫਿਰਦਾ ਹੋਵੇ, ਖਾਲਸਾ ਲਿਖਾਉਣ ਨਾਲ ਖਾਲਸਾ ਨਹੀਂ ਬਣ ਜਾਂਦਾ। ਜੀਵਨ ਖਾਲਸੇ ਵਾਲਾ ਹੋਵੇਗਾ ਤਾਂ ਉਸ ਖਾਲਸੇ ਦੇ ਦੀਦਾਰ ਜਿਹੜੇ ਨੇ ਉਹ ਸਾਨੂੰ ਉਤਾਰ ਦੇਣਗੇ। ਉਸ ਖਾਲਸੇ ਦੀ ਦੀਦਾਰ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਉਸ ਖਾਲਸੇ ਦੇ ਦਰਸ਼ਨ ਕਰਨ ਦਾ ਸਤਿਗੁਰਾਂ ਨੇ ਹੁਕਮ ਕੀਤਾ। ਐਸੇ ਖਾਲਸੇ ਦੇ ਦਰਸ਼ਨ ਕਰਾਂਗੇ ਤਾਂ ਸਤਿਗੁਰਾਂ ਦਾ ਜੋ ਹੁਕਮ ਮੰਨਿਆ ਜਾਵੇਗਾ, ਤਾਂ ਸਤਿਗੁਰਾਂ ਦੀ ਬਖਸ਼ਿਸ਼ ਹੋਵੇਗੀ। ਧਿਆਨ ਦੇਣਾ ਗੁਰੂ ਪਿਆਰ ਵਾਲਿਓ। ਅਖੀਰ ਵਿੱਚ ਬਚਨ ਕਹਿ ਦੇਵਾਂ, ਸਤਿਗੁਰਾਂ ਨੇ ਇਹ ਕਿਹਾ ਸੀ ਕਿ ਖਾਲਸੇ ਦੇ ਦਰਸ਼ਨ ਮੇਰੇ ਦਰਸ਼ਨ, ਪੰਜਾਂ ਸਿੰਘਾਂ ਦੇ ਦਰਸ਼ਨ ਮੇਰੇ ਦਰਸ਼ਨ। ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ 5 ਸਿੰਘ ਕਈ ਵਾਰ ਨਹੀਂ ਹੁੰਦੇ, ਫਿਰ ਕੀ ਕਰਾਂਗੇ ਮਹਾਰਾਜ? ਮਹਾਰਾਜ ਕਹਿੰਦੇ 2 ਸਿੰਘ ਹੋਣ ਚੜ੍ਹਦੀ ਕਲਾ ਵਾਲੇ, ਸਾਡੇ ਦਰਸ਼ਨ ਹੋਣਗੇ। ਮਹਾਰਾਜ 2 ਵੀ ਨਹੀਂ ਹੁੰਦੇ ਕਈ ਵਾਰ। ਮਹਾਰਾਜ ਕਹਿੰਦੇ 1 ਸਿੰਘ ਹੋਵੇ ਚੜ੍ਹਦੀ ਕਲਾ ਵਾਲਾ, ਉਹਦੇ ਦਰਸ਼ਨ ਕਰ ਲਓ, ਮੇਰੇ ਦਰਸ਼ਨ। ਮਹਾਰਾਜ ਕਈ ਵਾਰ 1 ਵੀ ਨਹੀਂ ਹੁੰਦਾ। ਮਹਾਰਾਜ ਕਹਿੰਦੇ ਫਿਰ ਸਿੰਘ ਆਪ ਚੜ੍ਹਦੀ ਕਲਾ ਵਾਲਾ ਹੋਵੇ, ਸ਼ਸਤਰ ਬਸਤਰ ਸਜਾ ਕਰਕੇ, ਦਸਤਾਰਾ ਸਜਾ ਕਰਕੇ ਸੀਸੇ ਵਿੱਚ ਆਪਣਾ ਚਿਹਰਾ ਵੇਖ ਲਵੇ, ਉਹਦੇ ਵਿੱਚੋਂ ਮੇਰੇ ਦਰਸ਼ਨ ਹੋਣਗੇ। ਧਿਆਨ ਦੇਣਾ, ਆਪ ਬਣ ਜਾਈਏ ਤੇ ਆਪਣੇ ਵਿੱਚੋਂ ਹੀ ਗੁਰੂ ਦੇ ਦਰਸ਼ਨ ਹੋ ਜਾਣਗੇ। ਆਪ ਖਾਲਸੇ ਬਣ ਜਾਵਾਂਗੇ ਤੇ ਆਪਣੇ ਵਿੱਚੋਂ ਵੀ ਗੁਰੂ ਦੇ ਦਰਸ਼ਨ ਹੋਣਗੇ। ਤੇ ਜਦੋਂ ਆਪਣੇ ਵਿੱਚੋਂ ਦਰਸ਼ਨ ਹੋਣਗੇ, ਉਹ ਦਿਨ ਜੀਵਨ ਸਫਲਾ ਹੋਵੇਗਾ। ਇਸ ਕਰਕੇ ਗੁਰਮੁਖੋ, ਇਹ 3 ਸਿਧਾਂਤ ਕਲਗੀਧਰ ਪਾਤਸ਼ਾਹ ਨੇ ਬਖਸ਼ੇ। ਜਿਵੇਂ 3 ਸਿਧਾਂਤ ਗੁਰੂ ਨਾਨਕ ਸਾਹਿਬ ਨੇ ਬਖਸ਼ੇ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਨੇ ਸਾਡੀ ਝੋਲੀ ਪਾਏ ਨੇ ਕਿ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਦਾ। ਪੂਜਾ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਕਰਨੀ ਹੈ ਤੇ ਗੁਰਮਤਿ ਦੀ ਸੋਝੀ ਗਿਆਨ ਜੀਵਨ ਚਲਾਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਲੈਣਾ ਹੈ। ਅਤੇ ਗੁਰਮੁਖੋ, ਦੀਦਾਰ ਖਾਲਸੇ ਦਾ, ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਕਰਕੇ, ਗੁਰੂ ਦੇ ਹੁਕਮਾਂ ਨੂੰ ਕਮਾ ਕਰਕੇ ਪਿਓਰ ਬਣ ਗਿਆ ਖਾਲਸਾ, ਉਹਦਾ ਦਰਸ਼ਨ ਕਰਾਂਗੇ। ਜਾਂ ਆਪ ਉਹੋ ਜਿਹੇ ਬਣਾਂਗੇ, ਆਪਣੇ ਵਿੱਚੋਂ ਵੀ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਪ੍ਰਾਪਤ ਹੋਣਗੇ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਮੱਤ ਆ ਜਾਵੇ। ਤੇ ਕੱਲ ਨੂੰ ਗੁਰਮੁਖੋ, ਇਸ ਪਾਵਨ ਅਸਥਾਨ ਤੇ ਅੰਮ੍ਰਿਤ ਸੰਚਾਰ ਰੱਖਿਆ ਹੋਇਆ। 5 ਪਿਆਰੇ ਸਹਿਬਾਨ ਪਹੁੰਚ ਰਹੇ ਨੇ। ਕਈ ਸੰਗਤਾਂ ਦੇ ਨਾਮ ਵੀ ਆਏ ਨੇ। ਕਈ ਸੰਗਤਾਂ ਨੇ ਉੱਦਾਂ ਵੀ ਬੇਨਤੀ ਕੀਤੀ ਵੀ ਅਸੀਂ ਛਕਣਾ ਹੈ। ਚਲੋ ਨਾਂ ਤੇ ਉੱਥੇ ਲਿਖੇ ਜਾਣੇ ਹੈ। ਸੋ ਗੁਰਮੁਖੋ, ਮਹਾਂਪੁਰਖਾਂ ਦਾ ਇਹ ਸਮਾਗਮ ਹੈ, ਉਹਨਾਂ ਦੀ ਯਾਦ ਵਿੱਚ ਤਾਂ ਹੀ ਮਨਾਇਆ ਸਫਲਾ ਹੈ। ਜੇ ਅਸੀਂ ਵੀ ਉਹਨਾਂ ਵਾਂਗੂ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕਰਕੇ ਗੁਰੂ ਕੀ ਬਾਣੀ ਪੜ੍ਹੀਏ, ਸੇਵਾ ਸਿਮਰਨ ਕਰੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕਰਕੇ ਗੁਰੂ ਵਾਲੇ ਬਣ ਕੇ ਜੀਵਨ ਸਵਾਰੀਏ, ਤਾਂ ਮਹਾਂਪੁਰਖਾਂ ਦਾ ਦਿਹਾੜਾ ਮਨਾਇਆ ਸਫਲਾ ਹੈ। ਤੇ ਜੇ ਸਾਡਾ ਹਰ ਸਾਲ ਉਹੋ ਹੀ ਹਾਲ ਜਿਵੇਂ ਦੇ ਪਹਿਲਾਂ ਸੀ, ਸ਼ਰਾਬੀ ਕਬਾਬੀ ਤੇ ਸਿਰ ਮੂੰਹ ਮਨਾਇਆ ਹੋਇਆ, ਉਸੇ ਤਰ੍ਹਾਂ ਕਈ ਸਾਲ ਹੋ ਗਏ, ਤੇ ਫਿਰ ਕੋਈ ਬਹੁਤਾ ਲਾਭ ਨਹੀਂ। ਕਿਉਂਕਿ ਜੇ ਬੱਚਾ ਹਰ ਸਾਲ ਉਸੇ ਕਲਾਸ 'ਚ ਰਵੇ ਤੇ ਉਹਦਾ ਅਰਥ ਹੈ ਕਿ ਉਹ ਬੱਚਾ ਫੇਲ ਹੋ ਗਿਆ। ਤੇ ਜੇ ਅਸੀਂ ਵੀ ਹਰ ਸਾਲ ਉੱਦਾਂ ਦੇ ਹੀ ਰਹੇ, ਸਾਡੇ ਔਗਣ ਦੂਰ ਨਹੀਂ ਹੋਏ, ਜੀਵਨ ਨਹੀਂ ਬਦਲਿਆ, ਤੇ ਇਹਦਾ ਅਰਥ ਅਸੀਂ ਵੀ ਅਜੇ ਫੇਲ ਹੀ ਹਾਂ, ਪਾਸ ਨਹੀਂ ਹੋਏ। ਪਾਸ ਹੋਣ ਦਾ ਯਤਨ ਕਰੀਏ। ਸੋ ਜਿਨ੍ਹਾਂ ਦਾ ਮਨ ਬਣਿਆ ਉਹ ਕੱਲ ਨੂੰ 10 ਵਜੇ ਦੇ ਕਰੀਬ ਪਹੁੰਚ ਜਾਇਓ। ਕੇਸੀ ਇਸ਼ਨਾਨ ਕਰਕੇ, ਕਕਾਰ ਹੈਣ ਦਾ ਧਾਰਨ ਕਰਕੇ ਆਇਓ। ਜੇ ਨਹੀਂ ਤਾਂ ਗੁਰੂ ਘਰ ਵੱਲੋਂ ਪ੍ਰਾਪਤ ਹੋ ਜਾਣਗੇ। ਅੰਮ੍ਰਿਤ ਛਕ ਕਰਕੇ ਜੀਵਨ ਸਵਾਰੋ। ਇਤਨੀ ਸੇਵਾ ਪ੍ਰਵਾਨ ਕਰਿਓ। ਸਮੁੱਚੀਆਂ ਸੰਗਤਾਂ ਦਾ, ਪ੍ਰਬੰਧਕ ਜਨਾਂ ਦਾ, ਗੁਰੂ ਕੇ ਵਜ਼ੀਰਾਂ ਦਾ, ਸਭਨਾਂ ਦਾ ਧੰਨਵਾਦ। ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਓ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਸਰਬੰਸ ਸੁਦਾਨੀ, ਅੰਮ੍ਰਿਤ ਕੇ ਦਾਤੇ, ਪੰਥ ਦੇ ਵਾਲੀ, ਸਹਿ ਸ੍ਰੀ